ਸਤਨਾਮ ਸ਼੍ਰੀ ਵਾਹਿਗੁਰੂ ਜੀ। ਸ਼੍ਰੀ ਨਾਨਕ ਪਦ ਪੰਕਜ ਬੰਦਨ, ਪਦ ਪੰਕਜ ਬੰਦਨ। ਸਿਮਰੋ ਅੰਗਦ ਦੁਖ ਨਿਕੰਦਨ, ਅਮਰਦਾਸ ਗੁਰ ਹਿਰਦੈ ਧਿਆਵੋ, ਹਿਰਦੈ ਧਿਆਵੋ। ਸ਼੍ਰੀ ਗੁਰੂ ਰਾਮਦਾਸ ਗੁਣ ਗਾਵੋ, ਸ਼੍ਰੀ ਅਰਜਨ ਬਿਘਨ ਕੇ ਨਾਸਕ, ਬਿਘਨ ਕੇ ਨਾਸਕ। ਹਰਿ ਗੋਬਿੰਦ ਸ਼ੁਭ ਸੁਮਤ ਪ੍ਰਕਾਸ਼ਕ, ਸ਼੍ਰੀ ਹਰਿ ਰਾਏ ਨਾਮੋ ਕਰ ਜੋਰੇ, ਨਾਮੋ ਕਰ ਜੋਰੇ। ਗੁਰ ਹਰਿ ਕ੍ਰਿਸ਼ਨ ਮਨਾਏ ਬਹੋਰੇ, ਤੇਗ ਬਹਾਦਰ ਪਰਮ ਕਿਰਪਾਲਾ, ਪਰਮ ਕਿਰਪਾਲਾ। ਸ਼੍ਰੀ ਗੁਰੂ ਗੋਬਿੰਦ ਸਿੰਘ ਬਿਸਾਲਾ, ਤਹਰੋਂ ਤਹਰਾ ਭਰ ਪੁਨ ਪੁਨ ਸੀਸਾ, ਪੁਨ ਪੁਨ ਸੀਸਾ। ਬੰਦੋਂ ਬਾਰ ਬਾਰ ਜਗਦੀਸ਼ਾ, ਜਿਸ ਮਹਿ ਅੰਮ੍ਰਿਤ ਗਿਆਨ ਹੈ, ਮਾਣਿਕ ਭਗਤ ਵੈਰਾਗ। ਸ਼੍ਰੀ ਗੁਰੂ ਗ੍ਰੰਥ ਸਾਹਿਬ ਉਦਧਾ, ਬੰਦੋਂ ਕਰ ਅਨੁਰਾਗ। ਏਕੰਕਾਰ ਸਤਿਗੁਰੂ ਤਹਿ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ। ਵਿਘਨ ਵਿਨਾਸਨ ਸੋਏ, ਵਾਹਿਗੁਰੂ ਜੀ ਕੀ ਫਤਿਹ। ਵਿਘਨ ਵਿਨਾਸਨ ਸੋਏ। ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਚੌਪਈ ਪੂਜਨ ਕਰ ਫਲ ਪਾਵਤ ਲੋਕੀ, ਅਬ ਲਗ ਪ੍ਰਗਟ ਬੇਰ ਪਤ ਲੋਕੀ। ਬੰਧਨ ਹੀਨਾ ਪੂਜਨ ਕਰ ਫਲ ਪਾਵਤ ਲੋਕੀ, ਅਬ ਲਗ ਪ੍ਰਗਟ ਬੇਰ ਪਤ ਲੋਕੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਜਾਨ ਰਾਜ ਪਹਾਨਾਨ ਪਹਾਨ, ਦੇਵਾਨ ਦੇਵ ਉਪਮਾ ਮਹਾਨ। ਧਨ ਧਨ ਜੁਗਹੁ ਜੁਗ ਟਲ, ਚਬਰ ਛਤਰ ਤਖਤ ਦੇ ਮਾਲਿਕ। ਹਲਤ ਪਲਤ ਕੇ ਰਖਿਅਕ, ਵਾਲੀਏ ਦੋ ਜਹਾਨ। ਸ਼ਬਦਾ ਅਵਤਾਰ ਸ਼ਬਦ ਗੁਰੂ, ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ। ਜਿਨ੍ਹਾਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀਆਂ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ, ਸਾਹਿਬਾਂ ਦੇ ਪਾਵਨ ਅਸਥਾਨ ਤਖਤ ਸੱਚਖੰਡ ਸ਼੍ਰੀ ਹਜ਼ੂਰ ਸ਼੍ਰੀ ਅਬਚਲ ਨਗਰ ਸਾਹਿਬ ਜੀ ਵਿਖੇ
ਜੁਲ ਬੈਠੀ ਗੁਰੂ ਪਿਆਰੀ, ਗੁਰੂ ਸਵਾਰੀ ਸਾਧ ਸੰਗਤ ਜੀਓ। ਤਖਤ ਸਾਹਿਬ ਜੀ ਦੀ ਨਿਤ ਮਰਿਆਦਾ, ਨਿਤਨੇਮ ਅਨੁਸਾਰ ਸ਼ਾਮਾਂ ਦੇ ਦੀਵਾਨ ਸਜ ਰਹੇ ਹਨ। ਸਜੇ ਹੋਏ ਪਾਵਨ ਦੀਵਾਨਾਂ ਦੇ ਵਿੱਚ ਗੁਰ ਇਤਿਹਾਸ ਦੀਆਂ ਕਥਾ ਵਿਚਾਰਾਂ ਸਰਵਣ ਕਰਨ ਦੇ ਲਈ ਆਪ ਸੰਗਤਾਂ ਹਾਜ਼ਰੀਆਂ ਭਰ ਰਹੇ ਹੋ। ਵਡ ਭਾਗੇ ਹੋ ਆਪ ਜਿਨ੍ਹਾਂ ਨੂੰ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀਆਂ ਦੀ ਪਾਵਨ ਸਤ ਸੰਗਤ ਕਰਨ ਦਾ ਸੁਭਾਗ ਅਵਸਰ ਪ੍ਰਾਪਤ ਹੋ ਰਿਹਾ ਹੈ। ਆਪ ਜੀਆਂ ਨੇ ਪਿਛਲੇ ਦੀਵਾਨਾਂ ਦੇ ਵਿੱਚ ਗੁਰੂ ਸਾਹਿਬਾਨਾਂ ਦਾ ਇਤਿਹਾਸ ਸਰਵਣ ਕਰਨਾ ਕੀਤਾ ਸੀ। ਸਤਿਗੁਰੂ ਸੱਚੇ ਪਾਤਸ਼ਾਹ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਸਿਆਲਕੋਟ ਦੀ ਧਰਤੀ ਤੇ ਦੁਬਾਰਾ ਜਦੋਂ ਜਾਂਦੇ ਹਨ ਤੇ ਮਹਾਰਾਜ ਜੀ ਨੇ ਭਾਈ ਬਾਲੇ ਨੂੰ ਬਚਨ ਕੀਤਾ, ਵੇ ਬਾਲਿਆ, ਇਸ ਨਗਰ ਦੇ ਵਿੱਚ ਇੱਕ ਆਪਣਾ ਸੰਸਾਰੀ ਮਿੱਤਰ ਰਹਿੰਦਾ ਏ, ਚੱਲ ਆਪਾਂ ਚੱਲਦੇ ਚੱਲਦੇ ਉਹਨੂੰ ਮਿਲ ਚੱਲਦੇ ਆਂ। ਇੰਜ ਕਹਿ ਕਰਕੇ ਜਦੋਂ ਸਤਿਗੁਰੂ ਮਹਾਰਾਜ ਭਾਈ ਮੂਲੇ ਦੇ ਘਰ ਵਿੱਚ ਆਏ, ਅੱਗੋਂ ਉਹਦੀ ਘਰਵਾਲੀ ਨੇ ਵੇਖ ਲਿਆ, ਵੇਖ ਕਰਕੇ ਬੂਹਾ ਬੰਦ ਕਰ ਦਿੱਤਾ। ਮੂਲੇ ਨੂੰ ਉਹਨੇ ਗੋਹੇ ਦੀਆਂ ਭਾਥੀਆਂ ਉਹਦੇ ਵਿੱਚ ਲੁਕਾ ਦਿੱਤਾ ਤੇ ਮਹਾਰਾਜ ਜੀ ਨੂੰ ਉਹਨੇ ਬਚਨ ਕੀਤਾ, ਅੱਗੇ ਵੱਧ ਕੇ ਕਿਹਾ। ਮਹਾਰਾਜ ਜੀ ਨੇ ਜਦੋਂ ਆਵਾਜ਼ ਲਾਈ ਹੈ ਕਿ ਮੂਲਿਆ ਮੂਲਿਆ ਕਰਕੇ, ਤੇ ਅੱਗੋਂ ਉਹਨੇ ਜਵਾਬ ਦਿੱਤਾ, ਮਹਾਰਾਜ ਮੂਲਾ ਘਰ ਵਿੱਚ ਹੈ ਨਹੀਂ, ਕੋਈ ਕੰਮ ਕਰਕੇ ਇਹ ਬਾਹਰ ਗਿਆ। ਤੇ ਕੁਝ ਇਤਿਹਾਸਕਾਰ ਇਹ ਵੀ ਇਸ ਤਰ੍ਹਾਂ ਇਹ ਸਾਖੀ ਦਾ ਉਲੇਖ ਕਰਦੇ ਹਨ, ਸਤਿਗੁਰੂ ਮਹਾਰਾਜ ਜੀ ਨੇ ਜਦੋਂ ਕਿਹਾ ਨਾ ਮੂਲਿਆ ਕਰਕੇ, 2-3 ਵਾਰੀ ਆਵਾਜ਼ ਲਾਈ, ਇਹਨੇ ਅੱਗੋਂ ਇੱਕੋ ਹੀ ਜਵਾਬ ਦਿੱਤਾ, ਇੱਕੋ ਹੀ ਰੱਟ ਲਾਇਆ, ਨਹੀਂ ਮਹਾਰਾਜ ਨਹੀਂ ਹੈ, ਨਹੀਂ ਹੈ, ਨਹੀਂ ਹੈ। ਜਦੋਂ ਬਾਰ-ਬਾਰ ਰੱਟ ਲਾਈ, ਮਹਾਰਾਜ ਜੀ ਨੇ ਕਿਹਾ ਠੀਕ ਹੈ, ਨਹੀਂ ਹੈ ਤਾਂ ਨਹੀਂ ਹੀ ਹੈ ਕਰਕੇ, ਤੇ ਇਹ ਬਚਨ ਮਹਾਰਾਜ ਜੀ ਦਾ ਫਿਰ ਸੱਤ ਹੋਇਆ। ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਨੇ ਫਿਰ ਉੱਥੇ ਸ਼ਬਦ ਉਚਾਰਨ ਕਰਨਾ ਕੀਤਾ, ਨਾਲ ਕਿਰਾੜਾ ਦੋਸਤੀ ਕੂੜਾ ਕੂੜੀ ਭਾਏ, ਮਰਨ ਨਾ ਜਾਪੈ ਮੂਲਿਆ ਆਵੈ ਕਿੱਥੈ ਥਾਏ। ਸਤਿਗੁਰੂ ਮਹਾਰਾਜ ਜੀ ਨੇ ਬਚਨ ਉਚਾਰਨ ਕਰਨਾ ਕੀਤਾ ਤੇ ਮਹਾਰਾਜ ਜੀ ਜਦੋਂ ਉੱਥੋਂ ਮੁੜੇ, ਅਚਨਚੇਤ ਉੱਥੇ ਇੱਕ ਸੱਪ ਸੀ, ਉਹ ਨਿਕਲ ਕਰਕੇ ਉਹਨੇ ਦੰਦੀ ਵੱਢਣੀ ਕੀਤੀ। ਮੂਲ ਚੰਦ ਉੱਥੇ ਹੀ ਗਾਸ਼ ਖਾ ਕਰਕੇ ਗਿਰ ਗਿਆ, ਬੇਹੋਸ਼ ਹੋ ਗਿਆ। ਆਪਣੀ ਘਰਵਾਲੀ ਨੂੰ ਕਹਿੰਦਾ, ਨੀ ਪਾਪਣੇ, ਤੇਰੇ ਕਰਕੇ ਦੇਖ ਕਿੰਨੀ ਵੱਡੀ ਸਜ਼ਾ ਮੈਨੂੰ ਪ੍ਰਾਪਤ ਹੋਈ ਹੈ। ਤੂਨੇ ਤਾਂ ਕਹਿ ਦਿੱਤਾ, ਤੇਰੇ ਆਖੇ ਲੱਗ ਕਰਕੇ ਹੁਣ ਤੂੰ ਤਾਂ ਬਚ ਗਈ, ਮੈਂ ਮਰ ਗਿਆ ਹਾਂ। ਕਿਉਂਕਿ ਮਹਾਰਾਜ ਜੀ ਦੇ ਬਚਨਾਂ ਦੀ ਅਦੂਲੀ ਹੋਈ, ਉਹਨਾਂ ਦਾ ਸਤਿਕਾਰ। ਤੇ ਜਦੋਂ ਤੱਕ ਮਹਾਰਾਜ ਜੀ ਦੇ ਕੋਲ ਪਹੁੰਚੇ ਤੇ ਇਹਨੇ ਪ੍ਰਾਣਾਂ ਦਾ ਤਿਆਗ ਕਰ ਦੇਣਾ ਕੀਤਾ। ਸਤਿਗੁਰੂ ਮਹਾਰਾਜ ਜੀ ਨੇ ਕਿਹਾ, ਨਹੀਂ ਭਾਈ, ਇਹਨੂੰ ਕੋਈ ਬਚਾ ਨਹੀਂ ਸਕਦਾ, ਇਹ ਤਾਂ ਬੇਮੁਖ ਹੋ ਗਿਆ ਹੈ, ਇਹਨੂੰ ਮਾਰ ਰੱਬ ਦੀ ਪਈ ਹੈ। ਤੇ ਫਿਰ ਜਦੋਂ ਸੰਗਤਾਂ ਨੇ ਕਿਹਾ, ਮਹਾਰਾਜ ਕਿਰਪਾ ਕਰੋ, ਇਹਦਾ ਵੀ ਉਧਾਰ ਕਰਨਾ ਕਰੋ, ਤਾਂ ਸਤਿਗੁਰਾਂ ਨੇ ਕਿਹਾ, ਕੋਈ ਗੱਲ ਨਹੀਂ ਹੈ ਆਪਣਾ ਸਿੱਖ ਹੀ ਹੈ, ਇਸ ਕਰਕੇ 10ਵੇਂ ਜਾਮੇ ਦੇ ਵਿੱਚ ਇਹਦਾ ਅਸਾਂ ਨੇ ਉਧਾਰ ਕਰਨਾ। ਇਹ ਸਤਿਗੁਰੂ ਮਹਾਰਾਜ ਜੀ ਨੇ ਬਚਨ ਕੀਤਾ। ਹੁਣ ਕਵੀ ਰਾਜ ਕਵੀ ਭਾਈ ਸੰਤੋਖ ਸਿੰਘ ਸਾਹਿਬ ਜੀ ਨੇ ਆਪ ਆਪਣੇ ਕਲਮ ਦੇ ਨਾਲ ਗਵਾਹੀ ਹਾਮੀ ਭਰਨੀ ਕੀਤੀ ਕਿ ਉਹ ਅਸਥਾਨ ਜਿਹੜਾ ਹੈ ਜਿੱਥੇ ਸਤਿਗੁਰੂ ਮਹਾਰਾਜ ਜੀ ਉੱਥੇ ਬੈਠ ਕਰਕੇ ਸੰਗਤਾਂ ਨੂੰ ਉਪਦੇਸ਼ ਦਿੱਤਾ। ਸੰਗਤਾਂ ਨੇ ਫਿਰ ਆ ਕਰਕੇ ਮਹਾਰਾਜ ਜੀ ਦੇ ਚਰਨ ਫੜ ਲਏ। ਸਤਿਗੁਰੂ ਮਹਾਰਾਜ ਜੀ ਨੂੰ ਜਦੋਂ ਕਿਹਾ ਤੇ ਸਤਿਗੁਰੂ ਮਹਾਰਾਜ ਜੀ ਨੇ ਫਿਰ ਉਹਨਾਂ ਨੂੰ ਚਰਨਾਮ੍ਰਿਤ ਦੀ ਦਾਤ ਦੇ ਕਰਕੇ ਤੇ ਚਰਨਾਮ੍ਰਿਤ ਗੁਰਸਿੱਖਾਂ ਪਿਲਾਇਆ। ਉਹਨਾਂ ਨੂੰ ਚਰਨਾਮ੍ਰਿਤ ਦੀ ਦਾਤ ਦੇ ਕਰਕੇ ਉਹਨਾਂ ਨੂੰ ਸਿੱਖ ਸਜਾਉਣਾ ਕੀਤਾ ਤੇ ਬਚਨ ਕੀਤਾ ਕਿ ਭਾਈ ਇੱਥੇ ਧਰਮਸਾਲ ਦੀ ਰਚਨਾ ਕਰਨਾ ਕਰੋ। ਤੇ ਧਰਮਸਾਲ ਜਦੋਂ ਬਣ ਗਈ, ਉੱਥੇ ਮਹਾਰਾਜ ਜੀ ਨੇ ਕਿਹਾ ਕਿ ਇੱਥੇ ਨਾਮ ਬਾਣੀ ਦੀ ਸ਼ੈਬਰ ਸਦਾ ਚੱਲਦੀ ਰਹਿਣੀ ਚਾਹੀਦੀ ਹੈ। ਹੁਣ ਸਤਿਗੁਰੂ ਮਹਾਰਾਜ ਉੱਥੇ ਬੈਠੇ ਹੋਏ ਹਨ। ਇੱਥੋਂ ਤੱਕ ਆਪਾਂ ਨੇ ਪਿਛਲੇ ਦੀਵਾਨਾਂ ਦੇ ਵਿੱਚ ਇਹ ਪਾਵਨ ਇਤਿਹਾਸ ਨੂੰ, ਕਥਾ ਨੂੰ ਸਰਵਣ ਕੀਤਾ ਸੀ। ਆਓ ਪਿਆਰਿਓ, ਅਗਲੀ ਜੋ ਲੜੀਵਾਰ ਕਥਾ ਆਪਾਂ ਸ਼ਰਧਾ ਭਾਵਨਾ ਦੇ ਨਾਲ ਸਰਵਣ ਕਰਨਾ ਕਰੀਏ। ਕੋਈ ਵੀ ਰਸਨਾ ਵਾਂਝੀ ਨਾ ਰਵੇ। ਸਤਿਗੁਰੂ ਮਹਾਰਾਜ ਜੀ ਦੇ ਚਰਨਾਂ ਤੇ ਆਪਣੀ ਹਾਜ਼ਰੀ ਨੂੰ ਦਰਜ ਕਰਵਾਉਂਦਿਆਂ ਹੋਇਆਂ ਪ੍ਰੇਮ ਤੇ ਸਤਿਕਾਰ ਸਹਿਤ
ਉਚਾਰਨ ਕਰਨਾ ਕਰੋ ਜੀ ਸਤਿਨਾਮ। ਸ਼੍ਰੀ ਵਾਹਿਗੁਰੂ ਜੀ। ਫਿਰ ਇੱਕ ਵਾਰੀ ਉਚਾਰਨ ਕਰੋ ਜੀ ਸਤਿਨਾਮ। ਸ਼੍ਰੀ ਵਾਹਿਗੁਰੂ ਜੀ। ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਚੌਪਈ ਪੂਜਨ ਕਰ ਫਲ ਪਾਵਤ ਲੋਕੀ। ਕਵੀ ਰਾਜ ਕਵੀ ਭਾਈ ਸੰਤੋਖ ਸਿੰਘ ਸਾਹਿਬ ਜੀਆਂ ਨੇ ਬਚਨ ਕਰਨਾ ਕੀਤਾ। ਉਹ ਜੋ ਪਾਵਨ ਅਸਥਾਨ ਜੋ ਹੈ ਜਿੱਥੇ ਸਤਿਗੁਰੂ ਮਹਾਰਾਜ ਜੀ ਨੇ ਧਰਮਸਾਲ ਦੀ ਰਚਨਾ ਕਰਨੀ ਕੀਤੀ, ਲੋਕੀ ਸੰਗਤਾਂ ਉੱਥੇ ਆਉਂਦੀਆਂ ਤੇ ਮਹਾਰਾਜ ਜੀ ਦੀ ਪੂਜਨ ਹੁੰਦੀ ਹੈ, ਗੁਰੂ ਘਰ ਦੀ ਪੂਜਾ ਕੀਤੀ ਜਾਂਦੀ ਹੈ, ਗੁਰੂ ਮਹਾਰਾਜ ਜੀ ਦੀ ਸੇਵਾ ਕੀਤੀ ਜਾਂਦੀ ਤੇ ਜੋ ਮਨ ਇੱਛਤ ਫਲ ਦੀ ਉਹਨਾਂ ਨੂੰ ਪ੍ਰਾਪਤੀ ਹੋ ਰਹੀ ਹੈ। ਅਬ ਲਗ ਪ੍ਰਗਟ ਬੇਰਪਤ ਲੋਕੀ। ਅਜੇ ਤੱਕ ਕਵੀ ਰਾਜ ਜੀ ਨੇ ਕਿਹਾ ਕਿ ਹਾਲੇ ਤੱਕ ਉਥੇ ਉਹ ਗੁਰਦੁਆਰਾ ਸਾਹਿਬ ਪ੍ਰਗਟ ਹੈ। ਜਿਸ ਬੇਰੀ ਦੇ ਹੇਠ ਸਤਿਗੁਰੂ ਮਹਾਰਾਜ ਜੀ ਬੈਠੇ ਹੋਏ ਸਨ, ਉੱਥੇ ਹੀ ਧਰਮਸਾਲ, ਉੱਥੇ ਹੀ ਗੁਰਦੁਆਰਾ ਸਾਹਿਬ ਬਾਅਦ ਵਿੱਚ ਬਣ ਗਿਆ ਤੇ ਉਹ ਗੁਰਦੁਆਰੇ ਦਾ ਨਾਮ ਜੋ ਸਿਆਲਕੋਟ ਦੇ ਵਿੱਚ ਹੈ ਉਹਨੂੰ ਬੇਰ ਸਾਹਿਬ ਕਰਕੇ ਉਹ ਗੁਰਦੁਆਰਾ ਸਾਹਿਬ ਪ੍ਰਚਲਿਤ ਹੋਇਆ ਹੈ। ਜਿਸ ਤਰ੍ਹਾਂ ਕਿ ਸਤਿਗੁਰੂ ਮਹਾਰਾਜ ਜੀ ਦਾ ਜੇ ਆਪਾਂ ਇਤਿਹਾਸ ਪੜ੍ਹਦੇ ਹਾਂ, ਵੇਈ ਨਦੀ ਦੇ ਨਾਲ ਹੀ ਸਤਿਗੁਰੂ ਮਹਾਰਾਜ ਜੀ ਨੇ ਜਿੱਥੇ ਸਮਾਧੀ ਲਾਉਣੀ ਕੀਤੀ, ਜਪ ਤਪ ਕਰਦੇ ਸਨ ਤੇ ਇੱਕ ਦਿਨ ਬੇਰੀ ਜੋ ਹੈ ਉਹਦਾ ਦੰਦਾਸਾ ਕਰਕੇ ਸਤਿਗੁਰੂ ਮਹਾਰਾਜ ਜੀ ਨੇ ਬੇਰੀ ਨੂੰ ਗੱਡ ਦਿੱਤਾ ਤੇ ਉਹ ਦਾਤੂਨ ਜਿਹੜੀ ਹੈ ਬੇੜ ਦਾ ਜਦੋਂ ਦਰਖਤ ਬਣ ਗਿਆ ਤੇ ਉਹ ਗੁਰਦੁਆਰੇ ਦਾ ਨਾਮ ਗੁਰਦੁਆਰਾ ਬੇੜਸਰ ਸਾਹਿਬ। ਜਿਸ ਤਰ੍ਹਾਂ ਕਿ ਹੁਣ ਆਪਾਂ ਸਤਿਗੁਰੂ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦਾ ਪ੍ਰਕਾਸ਼ ਦਿਹਾੜਾ ਮਨਾਉਣਾ ਕੀਤਾ। ਬੇਸ਼ੱਕ ਹਰ ਪਾਸੇ ਘਰ ਘਰ ਬਾਬਾ ਗਾਵੀਐ, ਵੱਜਣ ਤਾਲ ਮ੍ਰਿਦੰਗ ਰਬਾਬਾ। ਘਰ ਘਰ ਦੇ ਵਿੱਚ ਜਿੱਥੇ ਜਿੱਥੇ ਗੁਰੂ ਕਾ ਸਿੱਖ ਵਸਦਾ, ਉਹਨਾਂ ਨੇ ਸ਼ਰਧਾ ਭਾਵਨਾ ਦੇ ਨਾਲ ਗੁਰਪੁਰਬ ਮਨਾਇਆ ਹੈ। ਲੇਕਿਨ ਪੰਥਕ ਪੈਮਾਨਿਆਂ ਤੇ ਸਾਰੀ ਸੰਗਤ ਨੇ ਰਲ ਮਿਲ ਕਰਕੇ ਗੁਰਦੁਆਰਾ ਬੇੜਸਰ ਸਾਹਿਬ, ਸੁਲਤਾਨਪੁਰ ਲੋਧੀ ਨਗਰ ਦਾ ਨਾਮ ਹੈ, ਉੱਥੇ ਬੇਰ ਦਾ ਦਰਖਤ ਜਿਹੜਾ ਇਸ ਕਰਕੇ ਉਸ ਅਸਥਾਨ ਦਾ ਵੀ ਨਾਮ ਬੇਰਸਰ ਸਾਹਿਬ ਹੈ। ਇੱਥੇ ਸਿਆਲਕੋਟ ਦੇ ਵਿੱਚ ਵੀ ਗੁਰਦੁਆਰਾ ਉੱਥੇ ਧਰਮਸਾਲ ਕਾਇਮ ਕਰਨੀ ਕੀਤੀ। ਉਸ ਗੁਰਦੁਆਰੇ ਦਾ ਨਾਮ ਵੀ ਬੇਰਸਰ ਕਰਕੇ ਪ੍ਰਚਲਿਤ ਹੋਇਆ ਤੇ ਇਹਦੇ ਨਾਲ ਹੀ ਪਿਆਰਿਓ ਹਮਜ਼ਾ ਗੌਂਸ ਜੋ ਹੈ ਉਹਦਾ ਵੀ ਜਿਹੜਾ ਮਕਬਰਾ ਉੱਥੇ ਬਣਿਆ ਹੋਇਆ ਤੇ ਦਰਬਾਰ ਸਾਹਿਬ ਦੇ ਨਾਲ ਹੀ ਉਹਦਾ ਮਕਬਰਾ ਅੱਜ ਵੀ ਕਹਿੰਦੇ ਉੱਥੇ ਨਜ਼ਰ ਆਉਂਦਾ। ਕਵੀ ਰਾਜ ਜੀ ਦੇ ਵੇਲੇ ਦੀ ਇਹ ਗੱਲ ਹੈ ਤੇ ਇਤਿਹਾਸ ਦੇ ਵਿੱਚ, ਕਿਉਂਕਿ ਇਤਿਹਾਸ ਪਿਆਰਿਓ ਬਹੁਤ ਜ਼ਿਆਦਾ ਵੱਡਾ ਹੁੰਦਾ, ਕੋਈ ਪੂਰਾ ਦਾਅਵੇ ਦੇ ਨਾਲ ਕਹਿ ਨਹੀਂ ਸਕਦਾ ਕਿ ਮੈਂ ਇਤਿਹਾਸ ਨੂੰ ਮੁਕੰਮਲ ਬਿਆਨ ਕਰਨਾ ਕੀਤਾ। ਕਈ ਪਹਿਲੂ ਹੁੰਦੇ ਹਨ ਇਤਿਹਾਸ ਦੇ। ਕਈ ਵਾਰੀ ਕਿਉਂਕਿ ਕੁਝ ਇਤਿਹਾਸ ਜੇ ਵੇਖਣਾ ਹੋਵੇ ਤੇ ਕਈ ਇਤਿਹਾਸਕਾਰਾਂ ਨੂੰ ਪੜ੍ਹਨਾ ਪੈਂਦਾ, ਕਿਉਂਕਿ ਕੁਝ ਇਤਿਹਾਸਕਾਰ ਕੋਈ ਚੀਜ਼ ਨੂੰ ਨੋਟ ਕਰਦੇ, ਕੋਈ ਇਤਿਹਾਸਕਾਰ ਕੇ ਕੋਈ ਚੀਜ਼ਾਂ ਨੂੰ ਭੁੱਲ ਜਾਂਦੇ ਹਨ ਜਾਂ ਉਹਨਾਂ ਤੱਕ ਉਹ ਗੱਲ ਨਹੀਂ ਪਹੁੰਚਦੀ ਹੈ। ਇਸ ਤਰ੍ਹਾਂ ਹੀ ਪਿਆਰਿਓ ਇੱਕ ਇਹ ਅਸਥਾਨ ਦੇ ਨਾਲ, ਸਿਆਲਕੋਟ ਦੇ ਨਾਲ ਇੱਕ ਪ੍ਰਚਲਿਤ ਗਾਥਾ, ਇੱਕ ਸਾਖੀ ਆਪ ਜੀਆਂ ਨੇ ਵੀ ਉਹਨੂੰ ਹੋ ਸਕਦਾ ਸਰਵਣ ਕੀਤਾ ਹੋਵੇਗਾ। ਦੂਜੇ ਇਤਿਹਾਸਕਾਰ ਜਿਸ ਤਰ੍ਹਾਂ ਕਿ ਤੇ ਗੁਰੂ ਕੀਆਂ ਸਾਖੀਆਂ ਹੋ ਗਈਆਂ, ਪੁਰਾਤਨ ਜਨਮ ਸਾਖੀ ਹੋਈ ਹੈ ਤੇ ਨਾਲ ਗਿਆਨੀ ਗਿਆਨ ਸਿੰਘ ਜੀ ਉਹਨਾਂ ਨੇ ਜੋ ਪੰਥ ਪ੍ਰਕਾਸ਼ ਲਿਖਣਾ ਕੀਤਾ ਉਹਦੇ ਵਿੱਚ ਉਹਨਾਂ ਨੇ ਇਹਦਾ ਉਲੇਖ ਕਰਨਾ ਕੀਤਾ। ਜਦੋਂ ਸਤਿਗੁਰੂ ਮਹਾਰਾਜ ਪਹਿਲੀ ਵਾਰੀ ਸਿਆਲਕੋਟ ਦੇ ਵਿੱਚ ਜਦੋਂ ਆਏ ਸਨ ਤੇ ਉੱਥੇ ਨਗਰ ਦੇ ਬਾਰ-ਬਾਰ ਇੱਕ ਸੰਤ ਜਿਹੜਾ ਹੈ ਉਹਦਾ ਨਾਮ ਸੀ ਹਮਜ਼ਾ ਗੌਂਸ ਕਰਕੇ। ਇਹ ਹਮਜ਼ਾ ਗੌਂਸ ਜਿਹੜਾ ਹੈ ਬਹੁਤ ਵੱਡਾ ਜਪੀ ਤਪੀ ਸੀ। ਇਹ ਇੱਕ ਕਮਰਾ ਬਣਾ ਕਰਕੇ ਤਲ ਘਰ ਜੇ ਨੂੰ ਬੋਲਦੇ ਆ, ਭੋਰਾ ਜੇ ਨੂੰ ਆਪਾਂ ਬੋਲਦੇ ਆ, ਭੋਰੇ ਦੇ ਵਿੱਚ ਇਹ ਵੜ ਗਿਆ ਸੀ ਤੇ ਇਹਨੇ ਪ੍ਰਣ ਕੀਤਾ ਕਿ 40 ਦਿਨ ਤੱਕ ਮੈਨੇ ਭੋਰੇ ਦੇ ਵਿੱਚ ਹੀ ਰਹਿਣਾ, 40 ਦਿਨ ਤੱਕ ਮੈਨੇ ਜਪ ਤਪ ਕਰਨਾ। ਤੇ ਨਾਲ ਜੋ ਇਹ ਮੰਤਰ ਜੰਤਰ ਕਰ ਰਿਹਾ ਸੀ, ਇਹਦੀ ਸਿੱਧੀ ਜੋ ਹੈ ਇਸ ਤਰ੍ਹਾਂ ਸੀ ਕਿ ਇਹਦੇ ਜਿੱਥੇ ਇਹ ਬੈਠ ਕਰਕੇ ਭੋਰੇ ਦੇ ਵਿੱਚ ਜਾਪ ਕਰ ਰਿਹਾ ਸੀ,
ਜਪ ਤਪ ਕਰ ਰਿਹਾ ਸੀ, ਉੱਥੇ ਸੂਰਜ ਦੀ ਕਿਰਨ ਨਾ ਪੈਣੀ ਚਾਹੀਦੀ ਹੈ। ਇਸ ਕਰਕੇ ਉਹ ਅੰਦਰ ਵੜ ਕਰਕੇ ਬਹਿ ਗਿਆ। ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜਦੋਂ ਸਿਆਲਕੋਟ ਦੇ ਵਿੱਚ ਗਏ ਹਨ, ਉੱਥੇ ਫਿਰ ਨਗਰ ਨਿਵਾਸੀਆਂ ਨੇ ਬਚਨ ਕਰਨਾ ਕੀਤਾ। ਸਾਰੇ ਬਹੁਤ ਜ਼ਿਆਦਾ ਦੁਖੀ ਸਨ। ਤਰਾਹੀ ਮਾਮ ਬਚੀ ਹੋਈ ਸੀ। ਸਤਿਗੁਰੂ ਮਹਾਰਾਜ ਜੀ ਨੇ ਲੋਕਾਂ ਨੂੰ ਪੁੱਛਿਆ, ਭਾਈ ਇਹਦਾ ਕੀ ਕਾਰਨ ਹੈ? ਤਾਂ ਉਹਨਾਂ ਨੇ ਕਹਿ ਦਿੱਤਾ ਕਿ ਸਤਿਗੁਰੂ ਜੀ ਮਹਾਰਾਜ, ਇੱਥੇ ਆ ਜੋ ਸੰਤ ਹਮਜਾ ਗੌਂਸ ਬੈਠੇ ਆ, ਇਹ ਸਾਡੇ ਸ਼ਹਿਰ ਨੂੰ ਤਬਾਹ ਕਰਨ ਵਾਸਤੇ, ਗਰਕ ਕਰਨ ਵਾਸਤੇ ਚਲੀਹਾ ਕੱਟ ਰਿਹਾ ਹੈ, ਇਹ ਜਪ ਤਪ ਕਰ ਰਿਹਾ। ਮਹਾਰਾਜ ਜੀ ਨੇ ਕਾਰਨ ਪੁੱਛਿਆ ਤੇ ਉਹਨਾਂ ਨੇ ਕਿਹਾ, ਮਹਾਰਾਜ ਇਹ ਜੋ ਹਮਜਾ ਗੌਂਸ ਹੈ ਇਹ ਨਗਰ ਦੇ ਵਿੱਚ ਰਹਿੰਦਾ ਸੀ ਤੇ ਇੱਕ ਪਰਿਵਾਰ ਜੋ ਹੈ ਉਹਨਾਂ ਦੇ ਘਰ ਦੇ ਵਿੱਚ ਕੋਈ ਸੰਤਾਨ ਦੀ ਦਾਤ ਉਹਨਾਂ ਨੂੰ ਪ੍ਰਾਪਤ ਨਹੀਂ ਹੋਈ ਤੇ ਉਹਨਾਂ ਨੇ ਆ ਕਰਕੇ ਹਮਜਾ ਗੌਂਸ ਦੇ ਕੋਲੋਂ ਦੁਆ ਕਰਨੀ ਕੀਤੀ, ਅਰਦਾਸ ਕਰਾਈ ਸੀ ਤੇ ਹਮਜਾ ਗੌਂਸ ਨੇ ਫਿਰ ਉਹਨਾਂ ਨੂੰ ਬਚਨ ਕੀਤਾ, ਵਰ ਦਿੱਤਾ ਕਿ ਤੇਰੇ ਘਰ ਦੇ ਵਿੱਚ 3-4 ਪੁੱਤਰ ਹੋਣਗੇ ਤੇ ਇਹਨਾਂ 3-4 ਪੁੱਤਰਾਂ ਦੇ ਵਿੱਚੋਂ ਇੱਕ ਬੱਚਾ ਜਿਹੜਾ ਹੈ ਤੂੰ ਸਾਨੂੰ ਦੇ ਦੇ। ਤੇ ਉਹਨੇ ਫਿਰ ਕਰਾਰ ਕਰਨਾ ਕੀਤਾ। ਉਹ ਪਰਿਵਾਰ ਦੇ ਮੈਂਬਰ ਉਹਨੇ ਵੀ ਕਹਿ ਦਿੱਤਾ, ਕੋਈ ਗੱਲ ਨਹੀਂ ਹੈ ਮਹਾਂਪੁਰਖੋ, ਤੁਸੀਂ ਬਚਨ ਕੀਤਾ, ਜੇ ਮੇਰੇ ਘਰ ਦੇ ਵਿੱਚ ਸੰਤਾਨ ਦੀ ਪ੍ਰਾਪਤੀ ਹੋ ਜਾਵੇਗੀ ਤਾਂ ਇੱਕ ਬੱਚਾ ਜਿਹੜਾ ਹੈ ਮੈਂ ਤੁਹਾਡੀ ਭੇਟਾ ਅਰਪਣ ਕਰ ਦੇਵਾਂਗਾ। ਹਮਜਾ ਗੌਂਸ ਨੇ ਤਾਂ ਵਰ ਦੇ ਦਿੱਤਾ, ਵਰ ਦੇ ਕਰਕੇ ਚੱਲ ਗਿਆ। ਕੁਝ ਸਾਲਾਂ ਤੋਂ ਬਾਅਦ ਜਦੋਂ ਉਹਦੇ ਘਰ ਦੇ ਵਿੱਚ ਬੱਚਿਆਂ ਦਾ ਜਨਮ ਹੋਇਆ, 2-4 ਬੱਚੇ ਜਦੋਂ ਹੋ ਗਏ ਤੇ ਹਮਜਾ ਗੌਂਸ ਉਹ ਆਪਣੇ ਬਚਨਾਂ ਨੂੰ ਯਾਦ ਕਰਕੇ ਤੇ ਉਹਨਾਂ ਨੂੰ ਵੀ ਉਹਨਾਂ ਦਾ ਬਚਨ ਚੇਤੇ ਕਰਾਉਣ ਵਾਸਤੇ ਆ ਗਿਆ ਤੇ ਉਸ ਗ੍ਰਸਤੀ ਪਰਿਵਾਰ ਨੂੰ ਹਮਜਾ ਗੌਂਸ ਨੇ ਕਿਹਾ ਕਿ ਭਾਈ ਤੁਸਾਂ ਨੇ ਮੇਰੇ ਨਾਲ ਕਰਾਰ ਕਰਨਾ ਕੀਤਾ, ਕਿਉਂਕਿ ਤੁਹਾਡੇ ਘਰ ਦੇ ਵਿੱਚ ਸੰਤਾਨ ਦੀ ਪੈਦਾਵਾਰ ਨਹੀਂ ਹੁੰਦੀ ਸੀ। ਮੈਨੇ ਦੁਆ ਕੀਤੀ, ਬਚਨ ਕੀਤਾ ਤੇ ਤੁਸਾਂ ਨੇ ਮੇਰੇ ਨਾਲ ਇਹ ਵਾਅਦਾ, ਹੁਣ ਆਪਣਾ ਬੱਚਾ ਜਿਹੜਾ ਇੱਕ ਮੈਨੂੰ ਦੇ ਦਿਓ। ਉਸ ਵੇਲੇ ਪਰਿਵਾਰ ਵਾਲੇ ਕਿਉਂਕਿ ਬਚਨ ਤਾਂ ਕਰ ਦਿੱਤਾ, ਹੁਣ ਮੋਹ ਦੇ ਵਿੱਚ ਪੈ ਗਏ। ਉਹਨਾਂ ਨੇ ਇਨਕਾਰ ਕਰ ਦਿੱਤਾ, ਕਿਹਾ ਕਿ ਅਸੀਂ ਨਹੀਂ ਦੇ ਸਕਦੇ ਆ। ਤੇ ਹਮਜਾ ਗੌਂਸ ਨੇ ਵੀ ਬੜਾ ਕਿਹਾ ਕਿ ਨਹੀਂ ਭਾਈ, ਇਹ ਤੁਸਾਂ ਨੇ ਇਕਰਾਰ ਕਰਨਾ ਕੀਤਾ। ਉਹ ਇਕਰਾਰ ਤੋਂ ਮੁਕਰ ਗਿਆ। ਜਦੋਂ ਪੰਚਾਂ ਦੇ ਕੋਲ ਇਹਦੀ ਗੱਲ ਗਈ ਹੈ, ਸੁਣਵਾਈ ਹੋਈ, ਪੰਚਾਂ ਨੇ ਵੀ ਫੈਸਲਾ ਜਿਹੜਾ ਹੈ ਉਹ ਗ੍ਰਸਤੀ ਦੇ ਵਾਲੀ ਦੇ ਦਿੱਤਾ। ਉਹਨਾਂ ਨੇ ਕਿਹਾ ਕਿ ਹੁਣ ਇਹ ਮਾਤਾ ਪਿਤਾ ਹਨ, ਹੁਣ ਇਹਨਾਂ ਦੀ ਮਰਜ਼ੀ ਹੈ ਕਿ ਇਹ ਆਪਣੀ ਸੰਤਾਨ ਬੱਚਿਆਂ ਨੂੰ ਦੇਵੇ ਜਾਂ ਨਾ ਦੇਵੇ, ਲੇਕਿਨ ਤੂੰ ਮੰਗ ਨਹੀਂ ਕਰ ਸਕਦਾ। ਇਸ ਤਰ੍ਹਾਂ ਜਦੋਂ ਉਹਨੂੰ ਕਹਿ ਦਿੱਤਾ ਗਿਆ ਤੇ ਹਮਜਾ ਗੌਂਸ ਬਹੁਤ ਜ਼ਿਆਦਾ ਨਾਰਾਜ਼ ਹੋ ਗਿਆ। ਬਹੁਤ ਗੁੱਸੇ ਦੇ ਵਿੱਚ ਆ ਕਰਕੇ ਨਗਰ ਦੇ ਬਾਹਰ ਜਾ ਕਰਕੇ ਬੈਠ ਗਿਆ ਤੇ ਉਹਨੇ ਕਹਿ ਦਿੱਤਾ ਕਿ ਇਹ ਸਾਰਾ ਨਗਰ ਝੂਠਿਆਂ ਦਾ ਹੈ, ਝੂਠੇ ਲੋਕ ਇੱਥੇ ਬਸੇ ਹੋਏ ਹਨ, ਇਹ ਬਚਨ ਕਰਕੇ ਖਿਸਕ ਜਾਂਦੇ ਹਨ। ਬਚਨ ਤਾਂ ਇਹਨਾਂ ਨੇ ਕਰਨਾ ਕੀਤਾ ਕਿ ਭਾਈ ਇੱਕ ਬੱਚਾ ਜ਼ਰੂਰ ਦੇਵਾਂਗੇ, ਲੇਕਿਨ ਬੱਚਾ ਨਹੀਂ ਦਿੱਤਾ। ਗੁੱਸੇ ਵਿੱਚ ਆ ਕਰਕੇ ਇਹਨੇ ਚਲੀਸਾ ਜਿਹੜਾ ਆਰੰਭ ਕਰ ਦਿੱਤਾ ਤੇ ਕਹਿੰਦਾ ਕਿ ਜੇ ਮੇਰਾ ਚਲੀਸਾ ਪੂਰਾ ਹੋ ਗਿਆ ਤੇ 40 ਦਿਨਾਂ ਤੋਂ ਬਾਅਦ ਇਹ ਨਗਰ, ਇਹ ਸ਼ਹਿਰ ਜਿਹੜਾ ਹੈ ਇਹ ਗਰਕ ਜਾਵੇਗਾ। ਸੋ ਇਹ ਭਾਵਨਾ ਲੈ ਕਰਕੇ ਉਹ ਚਲੀਸਾ ਜਦੋਂ ਕੱਟ ਰਿਹਾ ਸੀ, ਅਚਨਚੇਤ ਸਤਿਗੁਰੂ ਮਹਾਰਾਜ ਜੀ ਉੱਥੇ ਪਹੁੰਚੇ ਤਾਂ ਨਗਰ ਨਿਵਾਸੀਆਂ ਨੇ ਮਹਾਰਾਜ ਜੀ ਨੂੰ ਬੇਨਤੀ ਕੀਤੀ, ਕਿਹਾ ਮਹਾਰਾਜ ਹੁਣ ਆਪ ਜੀ ਇਸ ਬਿਪਤਾ ਤੋਂ ਸਾਨੂੰ ਬਚਾ ਸਕਦੇ ਹੋ। ਸਤਿਗੁਰੂ ਮਹਾਰਾਜ ਜੀ ਨੇ ਫਿਰ ਕੀ ਕਰਨਾ ਕੀਤਾ, ਜਿਸ ਭੋਰੇ ਦੇ ਵਿੱਚ ਵੜ ਕਰਕੇ ਹਮਜਾ ਗੌਂਸ ਜਪ ਤਪ ਕਰ ਰਿਹਾ ਸੀ, ਸਤਿਗੁਰੂ ਮਹਾਰਾਜ ਜੀ ਨੇ ਬੂਹਾ ਖੋਲ ਦਿੱਤਾ। ਉਹਦੇ ਵਿੱਚ ਜਦੋਂ ਸੂਰਜ ਦੀਆਂ ਕਿਰਨਾਂ ਪਈਆਂ, ਇੱਕਦਮ ਹੜਬੜਾ ਕਰਕੇ ਹਮਜਾ ਗੌਂਸ ਉੱਠ ਗਿਆ। ਬਹੁਤ ਕ੍ਰੋਧ ਦੇ ਵਿੱਚ ਆਇਆ, ਲੇਕਿਨ ਸਤਿਗੁਰੂ ਮਹਾਰਾਜ ਜੀ ਦੇ ਪ੍ਰਤਾਪ ਦੇ ਅੱਗੇ ਇੱਕਦਮ ਫਿੱਕਾ ਪੈ ਗਿਆ। ਮਹਾਰਾਜ ਜੀ ਨੂੰ ਫਿਰ ਬੇਨਤੀ ਕਰਦਾ, ਸਤਿਗੁਰੂ ਮਹਾਰਾਜ ਇਹ ਆਪ ਜੀ ਨੇ ਠੀਕ ਨਹੀਂ ਕਰਨਾ ਕੀਤਾ। ਸਤਿਗੁਰੂ ਮਹਾਰਾਜ ਜੀ ਨੇ ਹਮਜਾ ਗੌਂਸ ਨੂੰ ਸਿੱਖਿਆ ਦਿੱਤੀ, ਕਿਹਾ ਕਿ ਆਪਾਂ ਸੰਤ ਲੋਕ ਹਾਂ, ਸੰਤਾਂ ਦਾ ਕੰਮ ਦੁਸ਼ਮਣੀ ਕਰਨਾ, ਲੋਕਾਂ ਦਾ ਬੁਰਾ ਕਰਨਾ, ਇਹ ਸਾਡਾ ਕੰਮ ਨਹੀਂ ਹੈ। ਸਾਡਾ ਤਾਂ ਕੰਮ ਹੈ ਫਰੀਦਾ ਬੁਰੇ ਦਾ ਭਲਾ ਕਰ, ਗੁੱਸਾ ਮਨ ਨਾ ਹੰਡਾਏ, ਦੇਹੀ ਰੋਗ ਲਾ ਨਾ ਲੱਗਈ, ਪੱਲੇ ਸਭ ਕਿਛ ਪਾਏ। ਕੋਈ ਸਾਡੇ ਨਾਲ ਬੁਰਾ ਕਰੇ ਤਾਂ ਵੀ ਸਾਨੂੰ ਚਾਹੀਦਾ ਅਸੀਂ ਉਹਦੇ ਨਾਲ ਭਲਾ ਕਰਨਾ ਕਰੀਏ, ਲੇਕਿਨ ਇੱਕ ਬੰਦਾ ਕੋਈ ਗਲਤੀ ਕਰੇ
ਉਹਦਾ ਦੋਸ਼ ਸਾਰਿਆਂ ਦੇ ਉੱਤੇ ਲਾਉਣਾ, ਸਾਰਿਆਂ ਨੂੰ ਗਰਕ ਕਰ ਦੇਣਾ, ਇਹ ਸੰਤਾਂ ਦਾ ਕੰਮ ਨਹੀਂ ਹੁੰਦਾ। ਕਿਉਂਕਿ ਇਹੀ ਤਾਂ ਸੰਤਾਂ ਦੀ ਭਰੀ ਭਾਸ਼ਾ ਹੁੰਦੀ ਹੈ, ਉਹ ਸਾਰਿਆਂ ਦਾ ਭਲਾ ਮਨਾਉਂਦੇ ਹਨ। ਤੇ ਫਿਰ ਹਮਜ਼ਾ ਗੌਸ ਨੇ ਕਿਹਾ, ਮਹਾਰਾਜ ਤੁਹਾਨੂੰ ਪਤਾ ਨਹੀਂ, ਇਹ ਨਗਰ ਜਿਹੜਾ ਝੂਠਿਆਂ ਦਾ ਨਗਰ ਹੈ, ਗਲਤ ਲੋਕਾਂ ਦਾ ਇਹ ਨਗਰ ਹੈ, ਇਹ ਝੂਠੇ ਬੰਦੇ ਸੰਸਾਰ ਦੇ ਵਿੱਚ ਨਹੀਂ ਰਹਿਣੇ ਚਾਹੀਦੇ। ਤਾਂ ਸਤਿਗੁਰੂ ਮਹਾਰਾਜ ਜੀ ਨੇ ਭਾਈ ਬਾਲੇ ਨੂੰ ਕਿਹਾ ਕਿ ਭਾਈ ਮਰਦਾਨੇ ਬਾਲਾ ਜੀ ਨੂੰ ਕਿਹਾ ਸੀ ਕਿ ਭਾਈ ਬਾਲਿਆ ਆ ਲੈ, ਆ ਚਿੱਠੀ ਲੈ ਕਰਕੇ ਜਾ, ਸੱਚ ਤੇ ਝੂਠ ਦਾ ਸੌਦਾ ਕਰਕੇ ਲੈ ਕੇ ਆਉਣਾ ਕਰ। ਉਸ ਵੇਲੇ ਜਦੋਂ ਸੌਦਾ ਕਰਕੇ ਲੈ ਕੇ ਆਇਆ, ਮੂਲ ਚੰਦ ਸੀ, ਉਹ ਮੂਲਾ ਸੀ। ਮਹਾਰਾਜ ਨੇ ਕਿਹਾ ਕਿ ਹਮਜ਼ਾ ਗੌਸ ਵੇਖ, ਤੂੰ ਕਹਿੰਦਾ ਸਾਰੇ ਝੂਠੇ ਹਨ, ਕੋਈ ਵੀ ਰੱਬ ਦਾ ਪਿਆਰਾ ਨਹੀਂ ਹੈ, ਲੇਕਿਨ ਇਹ ਰੱਬ ਦਾ ਪਿਆਰਾ ਹੈ ਨਾ ਨਗਰ ਦੇ ਵਿੱਚ। ਇਹ ਵੀ ਸਾਖੀ ਪਿਆਰਿਓ ਬਹੁਤ ਜ਼ਿਆਦਾ ਪ੍ਰਚਲਿਤ ਹੈ। ਤੇ ਜਿੱਥੇ ਸਤਿਗੁਰੂ ਮਹਾਰਾਜ ਜੀ ਦਾ ਉਹ ਪਾਵਨ ਅਸਥਾਨ, ਕਿਉਂਕਿ ਹਮਜ਼ਾ ਗੌਸ ਨੂੰ ਸਤਿਗੁਰੂ ਮਹਾਰਾਜ ਜੀ ਨੇ ਸਿੱਖਿਆ ਦਿੱਤੀ ਸੀ, ਉਹਦੇ ਡੇਰੇ ਦੇ ਬਾਰ-ਬਾਰ ਥੋੜੀ ਕੋ ਵਿੱਥ ਦੇ ਉੱਤੇ ਸਤਿਗੁਰੂ ਮਹਾਰਾਜ ਜੀ ਨੇ ਬੇਰੀ ਦੇ ਹੇਠ ਵਿਸ਼ਰਾਮ ਕਰਨਾ ਕੀਤਾ। ਉੱਥੇ ਹੀ ਮਹਾਰਾਜ ਜੀ ਨੇ ਕਹਿ ਕਰਕੇ ਧਰਮ ਅਸਥਾਨ ਧਰਮਸਾਲ ਦੀ ਰਚਨਾ ਕਰਨੀ ਕੀਤੀ। ਬਾਅਦ ਵਿੱਚ ਉਹ ਗੁਰਦੁਆਰਾ ਸਾਹਿਬ ਸੁਸ਼ੋਭਿਤ ਹੋ ਗਿਆ, ਨਾਮ ਉਹਦਾ ਬੇਰ ਸਾਹਿਬ ਕਰਕੇ ਪ੍ਰਚਲਿਤ ਹੋਇਆ ਹੈ। ਤੇ ਕਵੀ ਰਾਜੀ ਇਹ ਗਵਾਹੀ ਭਰਦੇ ਹਨ ਕਿ ਹਾਲੇ ਵੀ ਉਹ ਗੁਰਦੁਆਰਾ ਸਾਹਿਬ ਜੋ ਹੈ ਉਹਦੇ ਨਾਲ ਉਹਦਾ ਗੁੰਮਜ ਜਿਹੜਾ ਹੈ, ਉਹਦਾ ਅਸਥਾਨ ਹਮਜ਼ਾ ਗੌਸ ਦਾ ਉਹ ਨਜ਼ਰ ਆਉਂਦਾ। ਸੁਣ ਕੇ ਸ਼ਰੋਤਨ ਪ੍ਰਸ਼ੰਸੋ ਕੀ। ਹੁਣ ਇਹ ਬਚਨ ਸੁਣ ਕਰਕੇ ਸ਼ਰੋਤਿਆਂ ਨੇ ਕਵੀ ਰਾਜ ਜੀ ਨੂੰ, ਇਹ ਕਵੀ ਰਾਜ ਜੀਓ ਆਪ ਜੀ ਤਾਂ ਦੱਸਣਾ ਕਰੋ, ਇਹ ਕਹਾਣੀ ਅਧੂਰੀ ਹੋ ਗਈ ਹੈ, ਸਾਖੀ ਅਧੂਰੀ ਰਹਿ ਗਈ। ਮਹਾਰਾਜ ਜੀ ਨੇ ਕਹਿ ਦਿੱਤਾ ਨਾ ਕਿ ਭਾਈ 10ਵੇਂ ਜਾਮੇ ਦੇ ਵਿੱਚ ਤੇਰਾ ਉਧਾਰ ਕਰਨਾ। ਹੁਣ ਮਹਾਰਾਜ ਜੀ ਨੇ 10ਵੇਂ ਜਾਮੇ ਦੇ ਵਿੱਚ ਕਿਸ ਤਰ੍ਹਾਂ ਉਧਾਰ ਕੀਤਾ, ਇਹ ਆਪ ਜੀ ਦੱਸਣਾ ਕਰੋ। ਜਿਸ ਪ੍ਰਕਾਰ ਪਾਈ ਗਤ ਤਾਂ, ਜਿਸ ਤਰ੍ਹਾਂ ਇਹ ਮੂਲ ਚੰਦ ਨੇ ਗਤ ਪਾਉਣੀ ਕੀਤੀ ਹੈ। ਸਭ ਪ੍ਰਸੰਗ ਕਹਾਉ ਹਮ ਪਾਹੀ, ਸਾਰਾ ਪ੍ਰਸੰਗ ਜਿਹੜਾ ਉਹ ਸਾਡੇ ਤਾਈਂ ਆਪ ਜੀ ਸਰਵਣ ਕਰਾਉਣਾ ਕਰੋ, ਸਾਨੂੰ ਵੀ ਪਤਾ ਚਲੇ ਕਿ ਮੂਲਾ ਇੰਜ ਬੇਮੁਖ ਹੋਇਆ ਤੇ ਇੰਜ ਉਹਦੀ ਸਦਗਤੀ ਹੋਈ ਹੈ। ਕਵ ਭਾਖਿਓ ਸੁਣੀਐ ਮਤਵੰਤ, ਤਾਂ ਕਵੀ ਭਾਖਿਓ, ਕਵੀ ਜੀ ਨੇ ਬਚਨ ਕਰਨਾ ਕੀਤਾ ਕਿ ਇਹ ਸ੍ਰੇਸ਼ਟ ਸਰੋਤਿਓ, ਇਹ ਕਥਾ ਮੈਂ ਆਪ ਜੀ ਨੂੰ ਦੱਸਦਾ, ਸਰਵਣ ਕਰਨਾ ਕਰੋ। ਮੂਲੇ ਕੋ ਆਗਲ ਬਿਰਤੰਤੇ, ਮੂਲੇ ਦਾ ਅਗਲਾ ਬਿਰਤਾਂਤ ਜਿਹੜਾ ਉਹ ਮੈਂ ਆਪ ਜੀ ਨੂੰ ਸਰਵਣ ਕਰਾਉਂਦਾ ਹਾਂ। ਦੋਹਰਾ ਪਾਤਸ਼ਾਹ 10ਵਾਂ ਗੁਰੂ, ਸਿੱਖਨ ਕੋ ਸੁਖਦਾਇ। ਪਾਤਸ਼ਾਹ 10ਵਾਂ ਗੁਰੂ, 10ਵੇਂ ਪਾਤਸ਼ਾਹ ਜੋ ਸਿੱਖਾਂ ਨੂੰ ਸੁਖ ਦੇਣ ਵਾਲੇ ਕੌਣ ਹਨ? ਦਸਮੇਸ਼ ਪਿਤਾ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ। ਦੇਗ ਤੇਗ ਕੇ ਬੜ ਧਨੀ, ਮਹਿਮਾ ਕਹੀ ਨ ਜਾ। ਸਤਿਗੁਰੂ ਮਹਾਰਾਜ ਦੇਗ ਦੇ ਵੀ ਧਨੀ ਹਨ ਤੇ ਤੇਗ ਦੇ ਵੀ ਧਨੀ ਹਨ, ਜਿਨ੍ਹਾਂ ਦੀ ਮਹਿਮਾ ਆਪਾਂ ਕਹਿ ਨਹੀਂ ਸਕਦੇ ਹਾਂ। ਚੌਪਈ ਸ੍ਰੀ ਗੋਬਿੰਦ ਸਿੰਘ ਰੁਚਿਰ ਵਿਸਾਲਾ, ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੋ ਬਹੁਤ ਜ਼ਿਆਦਾ ਸੋਹਣੇ ਹਨ। ਜਬ ਹੀ ਬੈਠੇ ਤਖਤ ਕਿਰਪਾਲਾ, ਜਦੋਂ ਕਿਰਪਾਲੂ ਸਤਿਗੁਰੂ ਮਹਾਰਾਜ ਗੁਰਤਾ ਗੱਦੀ ਦੇ ਤਖਤ ਦੇ ਉੱਤੇ ਬਿਰਾਜਮਾਨ ਹੋਏ। ਸੰਗਤ ਕੋ ਉਧਾਰ ਬਹੁ ਕਰਹੀ, ਸਤਿਗੁਰੂ ਮਹਾਰਾਜ ਜੀ ਨੇ ਸੰਗਤਾਂ ਦਾ ਬਹੁਤ ਗਿਣਤੀ ਦੇ ਵਿੱਚ ਉਧਾਰ ਕਰਨਾ ਕੀਤਾ। ਪ੍ਰਬਲ ਤੇਜ ਦੁਸ਼ਟਨ ਕੋ ਹਰਹੀ, ਨਾਨ ਮਹਾਰਾਜ ਜੀ ਦਾ ਜੋ ਤੇਜ ਬਹੁਤ ਜ਼ਿਆਦਾ ਪ੍ਰਬਲ ਹੈ ਤੇ ਵੱਡੇ ਵੱਡੇ ਦੁਸ਼ਟ ਪਾਪੀ ਜਿਹੜੇ ਹਨ ਉਹਨਾਂ ਦਾ ਮਹਾਰਾਜ ਜੀ ਨੇ ਖਾਪਨਾ ਵੀ ਕੀਤਾ ਹੈ, ਉਹਨਾਂ ਦਾ ਸਰਵਨਾਸ਼ ਕੀਤਾ। ਇੱਕ ਵੈਸ਼ਨੋ ਸੁਨੀ ਪ੍ਰਸ਼ੰਸਾ, ਇੱਕ ਵੈਸ਼ਨੂ ਜਿਹੜਾ ਹੈ ਉਹਨੇ ਮਹਾਰਾਜ ਜੀ ਦੀ ਪ੍ਰਸ਼ੰਸਾ ਸੁਣ ਕਰਕੇ ਗੁਰੂ ਵੱਡੋ ਸੋਢਿਨ ਅਵਤੰਸ਼, ਉਹਨੂੰ ਵੈਸ਼ਨੂ ਨੂੰ ਜਦੋਂ ਪਤਾ ਚੱਲਿਆ, ਵੈਸ਼ਨੂ ਦਾ ਭਾਵ ਕਿ ਜੋ ਸ਼ਾਕਾਹਾਰੀ ਰਹਿੰਦੇ ਹਨ, ਬ੍ਰਾਹਮਣ ਜਿਨ੍ਹਾਂ ਨੂੰ ਆਪਾਂ ਕਹਿ ਸਕਦੇ ਆ, ਜੋ ਸਾਗ ਸਬਜ਼ੀ ਆਦਿਕ ਮਾਂਸ ਦਾ ਸੇਵਨ ਨਹੀਂ ਕਰਦੇ, ਉਹਨਾਂ ਨੂੰ ਵੈਸ਼ਨੂ ਕਿਹਾ ਜਾਂਦਾ। ਇਸ ਕਰਕੇ ਆਪ ਜੀ ਵਿਸ਼ੇਸ਼ ਨੋਟ ਕਰਨਾ ਕਰੋ, ਕਈ ਵਾਰੀ ਜਿਹਨੂੰ ਅੰਗਰੇਜ਼ੀ ਦੇ ਵਿੱਚ ਵੈਜੀਟੇਰੀਅਨ ਤੇ ਨਾਨ ਵੈਜੀਟੇਰੀਅਨ ਆਪਾਂ ਬੋਲਦੇ ਆ, ਉਹਨੂੰ ਹਿੰਦੀ ਦੇ ਵਿੱਚ ਕਈ ਵਾਰੀ ਹੋਟਲਾਂ ਦੇ ਵਿੱਚ ਲਿਖਿਆ ਹੋਇਆ ਹੁੰਦਾ ਸ਼ੁੱਧ ਸ਼ਾਕਾਹਾਰੀ ਜਾਂ ਵੈਸ਼ਨੋ ਢਾਬਾ ਕਰਕੇ, ਭਾਵ ਕਿ ਵੈਸ਼ਨੂ ਦਾ ਇਹੀ ਮਤਲਬ ਹੈ
ਕਿ ਜੋ ਬ੍ਰਾਹਮਣ ਹਨ ਬ੍ਰਾਹਮਣਾਂ ਨੂੰ ਵੈਸ਼ਨੂ ਕਿਹਾ ਜਾਂਦਾ। ਵਿਸ਼ਨੂੰ ਦੇ ਮਤ ਦੇ ਧਾਰਨੀ ਜਿਹੜੇ ਹਨ ਤਾਂ ਜੋ ਮਾਸ ਦਾ ਆਹਾਰ ਆਦਿਕ ਨਹੀਂ ਕਰਦੇ ਉਹਨਾਂ ਨੂੰ ਵੈਸ਼ਨੂ ਕਿਹਾ ਜਾਂਦਾ। ਕਈ ਜਿਹੜੇ ਹਨ ਜੋ ਮਾਸ ਦਾ ਆਹਾਰ ਆਦਿਕ ਨਹੀਂ ਕਰਦੇ ਉਹ ਕਹਿ ਦਿੰਦੇ ਕਿ ਭਾਈ ਅਸੀਂ ਤਾਂ ਵੈਸ਼ਨੂ ਹਾਂ ਜੀ, ਭਾਵ ਕਿ ਅਸੀਂ ਨਾਨ ਵੈਜ ਨੂੰ ਭਾਵ ਕਿ ਅਸੀਂ ਸਾਗ ਸਬਜ਼ੀ ਛਕਣ ਵਾਲੇ ਆ, ਉਹਨਾਂ ਨੂੰ ਵੈਸ਼ਨੂ ਕਿਹਾ ਜਾਂਦਾ। ਸ੍ਰੀ ਨਾਨਕ ਸਥਾਨ ਸੋ ਬੈਸਾ, ਉਹਨੂੰ ਜਦੋਂ ਪਤਾ ਚੱਲਿਆ ਕਿ ਸੋਢੀ ਕੁਲ ਸਿਰਮੌਰ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ ਅਸਥਾਨ ਤੇ 10ਵੇਂ ਗੁਰੂ ਕਰਕੇ ਸੁਸ਼ੋਭਿਤ ਹਨ। ਕਰਤ ਉਧਾਰ ਦੇਤ ਉਪਦੇਸ਼, ਆਪਣਾ ਉਪਦੇਸ਼ ਦੇ ਕਰਕੇ ਬੇਅੰਤ ਜੀਆਂ ਦਾ ਸਤਿਗੁਰਾਂ ਨੇ ਉਧਾਰ ਕਰਨਾ ਕੀਤਾ ਹੈ। ਬਹੁ ਵਿਵੇਕ ਨਿਧ ਸੰਤ ਸਰੂਪਾ, ਬਹੁਤ ਮਹਾਰਾਜ ਜੀ ਦਾ ਵਿਵੇਕ ਗਿਆਨ ਦੇ ਨਾਲ ਭਰਿਆ ਹੋਇਆ ਸਰੂਪ ਸੰਤ ਸਰੂਪ ਹੈ। ਅਸ ਜਬ ਮਹਿਮਾ ਸੁਨੀ ਅਨੂਪਾ, ਜਦੋਂ ਇਸ ਤਰ੍ਹਾਂ ਦੀ ਅਨੂਪਮ ਮਹਿਮਾ ਜਿਹੜੀ ਹੈ ਸਤਿਗੁਰਾਂ ਦੀ ਵੈਸ਼ਨੋ ਨੇ ਸਾਧ ਨੇ ਸੁਣਨਾ ਕੀਤਾ। ਦਰਸ ਹੇਤ ਚਲ ਕਰ ਸੋ ਆਵਾ, ਉਹ ਦਰਸ਼ਨ ਕਰਨ ਵਾਸਤੇ ਉਹ ਚੱਲ ਕਰਕੇ ਮਹਾਰਾਜ ਜੀ ਦੇ ਕੋਲ ਆਇਆ। ਅਬ ਲੋਕਨ ਅਚਾਰ ਲਲਚਾਵਾ, ਉਹਦੇ ਮਨ ਦੇ ਵਿੱਚ ਸਤਿਗੁਰੂ ਮਹਾਰਾਜ ਜੀ ਦੇ ਜੋ ਕਰਤੱਵ ਆਚਰਣ ਜੋ ਹਨ ਕਿ ਮਹਾਰਾਜ ਜੀ ਦਾ ਜੀਵਨ ਕਿਸ ਤਰ੍ਹਾਂ ਹੈ, ਮਹਾਰਾਜ ਜੀ ਕਿਸ ਤਰ੍ਹਾਂ ਆਪਣਾ ਜੀਵਨ ਦਾ ਯਾਪਨ ਕਰਦੇ ਉਹ ਵੇਖਣ। ਜੀਵਨ ਸ਼ੈਲੀ ਜਿਹਨੂੰ ਆਪਾਂ ਬੋਲਦੇ ਆ ਦਿਨਚਰਿਆ, ਕਿ ਬੰਦਾ ਦਿਨ ਦੇ ਵਿੱਚ ਕੀ ਕੰਮ ਕਰਦਾ ਹੈ, ਇਸ ਤਰ੍ਹਾਂ ਦਿਨਚਰਿਆ ਵੇਖਣ ਵਾਸਤੇ ਜਦੋਂ ਆਇਆ ਉਹਨੂੰ ਅੱਗੋਂ ਕੀ ਪਤਾ ਚੱਲਿਆ ਕਿ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਸ਼ਿਕਾਰ ਖੇਡਣ ਵਾਸਤੇ ਗਏ। ਸ਼ਾਸਤਰ ਸਜਾਏ ਸੋ ਬਾਹੁ ਵਿਸਾਲਾ, ਸ਼ਾਸਤਰਾਂ ਨੂੰ ਧਾਰਨ ਕਰਨਾ ਕੀਤਾ। ਬਾਹੂ ਵਿਸਾਲਾ ਭਾਵ ਕਿ ਬਾਹਾਂ ਦੇ ਵਿੱਚ ਬਹੁਤ ਜ਼ਿਆਦਾ ਮਹਾਰਾਜ ਜੀ ਦੇ ਬਲ ਹੈ। ਇਹੀ ਦਾ ਪਿਆਰਿਓ ਛਤਰੀਆਂ ਦਾ ਧਰਮ ਹੁੰਦਾ ਕਿ ਕਸਰਤ ਕਰਨੀ ਹੈ। ਜੋ ਛਤਰੀ ਜਿਹੜੇ ਅਖਵਾਉਂਦੇ ਹਨ, ਛਤਰੀ ਦਾ ਮਤਲਬ ਜੋ ਰਖਵਾਲੇ ਹੁੰਦੇ, ਛਤਰੀ ਧਰਮ ਜਿਨ੍ਹਾਂ ਦਾ ਹੁੰਦਾ ਹੈ, ਦੇਸ਼ ਕੌਮ ਦੀ ਰਾਖੀ ਕਰਨ ਵਾਲੇ ਸ਼ਸਤਰਧਾਰੀ ਫੌਜ ਜਿਹੜੀ ਹੈ ਉਹਨੂੰ ਛਤਰੀ ਕਿਹਾ ਜਾਂਦਾ। ਮਹਾਰਾਜ ਜੀ ਨੇ ਬਚਨ ਕੀਤਾ ਨਾ ਕਿ ਛਤਰੀ ਕੋ ਪੂਤ ਹਾਂ ਬਾਮਨ ਕੋ ਨਹਿ, ਕਹਿ ਤਬ ਆਵਤ ਹੈ ਜੋ ਕਰੋ ਅਰ ਔਰ ਜੰਜਾਰ ਜਿਤੋ ਗ੍ਰਹਿ ਕੋ ਤੋਹ त्याग ਕਹਾਂ ਚਿਤ ਤਾ ਮੈਂ ਧਰੋਂ। अब रीझ का देहो वह हम का जो हाँ बेनती कर जोर करो, जब आव की औध निदान बनै अत ही रण मैं तब जूझ मरो। ਇਹ ਪਿਆਰਿਓ ਛਤਰੀਆਂ ਦਾ ਧਰਮ ਹੁੰਦਾ। ਨਾਮ ਕਰਕੇ ਕੋਈ ਬਣ ਜਾਵੇ ਜੀ ਐ ਲਿੱਸਾ ਫੁੱਸਾ ਜਾ ਕੋਈ ਬੰਦਾ ਜਿਹੜਾ ਤੇ ਕਵੇ ਜੀ ਮੈਂ ਛਤਰੀ ਆ, ਤੇਰੇ ਕੋਲ ਸ਼ਾਸਤਰ ਨਹੀਂ ਹੈ ਭਾਈ, ਸਰੀਰ ਜਿਹੜਾ ਐ ਹਵਾ ਆਏ ਤਾਂ ਉੜ ਜਾਵੇ ਤੇਰਾ ਸਰੀਰ, ਤੂੰ ਛਤਰੀ ਕਾਹਦਾ ਹੈ। ਛਤਰੀ ਦਾ ਮਤਲਬ ਜਿਹੜਾ ਸਰੀਰ ਕਰਕੇ ਵੀ ਤਗੜਾ ਹੋਵੇ, ਸਰੀਰ ਕਰਕੇ ਵੀ ਜਿਹੜਾ ਕਸਰਤ ਕਰਦਾ ਹੋਵੇ, ਸਰੀਰ ਗਠੀਲਾ ਹੋਵੇ, ਨਾਲ ਸ਼ਸਤਰਾਂ ਦਾ ਧਾਰਨੀ ਹੋਵੇ। ਤੇ ਜਬ ਆਵ ਕੀ ਔਦ ਨਿਦਾਨ ਬਨੈ ਅਤ ਹੀ ਰਣ ਮੈਂ ਤਬ ਜੂਝ ਮਰੋਂ, ਭਾਵ ਕਿ ਜਦੋਂ ਸਾਰੇ ਹੀਲੇ ਵਸੀਲੇ ਖਤਮ ਹੋ ਜਾਣ ਤੇ ਸ਼ਸਤਰ ਚੱਕ ਕਰਕੇ ਜਿਹੜਾ ਵੈਰੀਆਂ ਦੇ ਨਾਲ ਧਰਮ ਹਿੱਤ, ਧਰਮ ਦੀ ਰਾਖੀ, ਦੇਸ਼ ਕੌਮ ਦੀ ਰਾਖੀ ਵਾਸਤੇ ਜਿਹੜਾ ਅੜਦਾ ਹੈ, ਲੜਦਾ, ਭਿੜ ਜਾਂਦਾ, ਉਹ ਅਸਲੀ ਛਤਰੀ ਹੈ। ਸਰੀਰ ਕਰਕੇ ਵੀ ਤੇ ਨਾਲ ਸ਼ਸਤਰਧਾਰੀ ਵੀ, ਇਹ ਛਤਰੀਆਂ ਦੀ ਪਰਿਭਾਸ਼ਾ ਹੈ। ਬੂਝੈ ਮਨੁਜ ਵੈਸ਼ਨੋ ਜਾਈ, ਜਾ ਕਰਕੇ ਉਹ ਵੈਸ਼ਨੋ ਸਾਧ ਨੇ ਲੋਕਾਂ ਨੂੰ ਪੁੱਛਿਆ। ਸ਼੍ਰੀ ਵਿਵੇਕ ਨਿਧ ਹੈ ਕਹਿ ਥਾਈ, ਕਹਿੰਦਾ ਕਿ ਵਿਵੇਕ ਨਿਧ ਗਿਆਨ ਦੇ ਸਾਗਰ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਭਾਈ ਕਿੱਥੇ ਹਨ। ਦਰਸ਼ਨ ਕਰਨ ਮੋਰ ਅਭਿਲਾਖਾ, ਮੇਰੇ ਮਨ ਦੇ ਵਿੱਚ ਦਰਸ਼ਨ ਕਰਨ ਦੀ ਬਹੁਤ ਜ਼ਿਆਦੀ ਅਭਿਲਾਖਾ ਹੈ। ਸੁਣ ਕੇ ਇੱਕ ਸਿੱਖ ਤਹਿ ਸੋ ਭਾਖਾ, ਸੁਣ ਕਰਕੇ ਇੱਕ ਸਿੱਖ ਨੇ ਉਹਦੇ ਤਾਂ ਹੀ ਭਾਖਾ ਬਚਨ ਕੀਤਾ। ਸ੍ਰੀ ਗੁਰ ਅਬ ਹੀ ਤੋਹਿ ਅਗਾਰੀ, ਕਹਿੰਦੇ ਭਾਈ ਹੁਣੇ ਤਾਂ ਸਤਿਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਤੇਰੇ ਸਾਹਮਣੇ ਗਏ ਸ਼ਿਕਾਰ ਉਜਾੜ ਮਝਾਰੀ, ਉਜਾੜ ਦੇ ਵਿੱਚ ਬੀਆਬਾਨ ਜੰਗਲ ਦੇ ਵਿੱਚ ਜੀ ਸ਼ਿਕਾਰ ਖੇਡਣ ਦੇ ਵਾਸਤੇ ਸਤਿਗੁਰੂ ਮਹਾਰਾਜ ਜੀ ਗਏ ਹਨ। ਇਉਂ ਸੁਨ ਤਰਕਤ ਪਾ ਮਨ ਮਾਹੀ, ਇਸ ਤਰ੍ਹਾਂ ਸੁਣ ਕਰਕੇ ਉਹਦੇ ਮਨ ਦੇ ਵਿੱਚ ਤਰਕ ਨਾ ਆਈ ਹੈ, ਉਹਨੇ ਤਰਕ ਪੈਦਾ ਕਰਨਾ ਕੀਤਾ। ਕਰਨ ਉਧਾਰ ਉਚਿਤ ਇਹ ਨਾਹੀ, ਇਹ ਤਾਂ ਉਧਾਰ ਕਰਨ ਵਾਲੇ ਹਨ, ਜੀਆਂ ਦੀ ਕਲਿਆਣ ਕਰਨ ਵਾਲੇ, ਇਹਨਾਂ ਨੂੰ
ਇਹ ਸਤਿਗੁਰੂ ਮਹਾਰਾਜ ਇਹ ਜੀਵ ਜੰਤੂਆਂ ਨੂੰ ਮਾਰਦੇ, ਇਹ ਤਾਂ ਹਿੰਸਾ ਦੀ ਗੱਲ ਹੋ ਗਈ। ਦਇਆਹੀਨ ਜੋ ਜੀਵਨ ਮਾਰੈ, ਜੋ ਦਇਆ ਤੋਂ ਹੀਣੇ ਹੋ ਕਰਕੇ, ਦਇਆ ਤੋਂ ਖਾਲੀ ਹੋ ਕਰਕੇ ਜੀਵਾਂ ਦਾ ਸੰਘਾਰ ਕਰਦੇ ਹਨ, ਸੂ ਕੈਸੇ ਕੈ ਜਗਤ ਉਹ ਉਧਾਰੈ। ਕਿਸ ਤਰ੍ਹਾਂ ਜਗਤ ਦਾ ਉਧਾਰ ਕਰ ਸਕਦੇ ਹਨ? ਜਿਨ੍ਹਾਂ ਨੇ ਜੀਆਂ ਦਾ ਸੰਘਾਰ ਕਰਨਾ, ਸ਼ਿਕਾਰ ਦਾ ਮਤਲਬ ਤੁਸੀਂ ਤਾਂ ਸਿੱਧਾ ਜਾ ਕਰਕੇ ਜਾਨਵਰਾਂ ਨੂੰ ਮਾਰ ਦਿੱਤਾ, ਖਤਮ ਕਰ ਦਿੱਤਾ। ਜਿਨ੍ਹਾਂ ਦੇ ਮਨ ਦੇ ਵਿੱਚ ਦਇਆ ਨਾ ਹੋਵੇ ਉਹੀ ਇਸ ਤਰ੍ਹਾਂ ਦਾ ਕੰਮ ਕਰ ਸਕਦੇ। ਤੇ ਜਿਹੜਾ ਮਾਰਨ ਵਾਲਾ ਉਹ ਤਾਰ ਕਿਸ ਤਰ੍ਹਾਂ ਸਕਦਾ ਹੈ? ਭਾਵ ਕਿ ਤਾਰਨ ਵਾਲਾ ਵੱਖਰਾ, ਮਾਰਨ ਵਾਲਾ ਵੱਖਰਾ ਹੁੰਦਾ। ਤਦਿਅਪ ਮੈਂ ਆਇਓ ਅਬ ਚਲ ਫਿਰ ਵੀ ਮਨ ਵਿੱਚ ਸੋਚਦਾ ਕਿ ਮੈਂ ਚੱਲ ਕਰਕੇ ਆਇਆ ਹਾਂ। ਜਿਉ ਸਦਨ ਇੱਕ ਵਾਰੀ ਮਿਲ ਕਰ, ਇੱਕ ਵਾਰੀ ਤਾਂ ਮਿਲ ਕਰਕੇ, ਇਹਨਾਂ ਨੂੰ ਮਿਲ ਕਰਕੇ ਜਾਣਾ ਚਾਹੀਦਾ ਘਰ ਨੂੰ। ਅਸ ਵਿਚਾਰ ਕਰ ਵਹਿਰ ਪਧਾਰ, ਇਸ ਤਰ੍ਹਾਂ ਵਿਚਾਰ ਕਰਕੇ ਵੈਸ਼ਨੋ ਸਾਧ ਜਿਹੜਾ ਇਹ ਬਾਰ-ਬਾਰ ਗਿਆ। ਜਿਹਮਕ ਗਮਨੇ ਮੋਖ ਉਦਾਰਾ, ਜਿਸ ਰਾਸਤੇ ਦੇ ਉੱਤੇ ਮੋਹ ਉਦਾਰਾ, ਮੁਕਤੀ ਦਾਤੇ ਸਤਿਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਜਾ ਰਹੇ ਹਨ, ਉਸ ਮਾਰਗ ਤੇ ਚੱਲ ਗਿਆ ਹੈ। ਕਰਤ ਅਖ ਜਾਇ ਬਿਲੋ ਕੇ ਦੀਨ ਦਇਆਲ, ਜਾ ਕਰਕੇ ਦੀਨ ਦਿਆਲ ਸਤਿਗੁਰੂ ਮਹਾਰਾਜ ਜੀ ਨੂੰ ਇਹਨੇ ਵੇਖਣਾ ਕੀਤਾ। ਨਿਕਸ ਸਸਾ ਇੱਕ ਚਲਿਓ ਅਗਾਰੀ, ਬਸ ਉਸ ਵੇਲੇ ਇੱਕ ਸਸਾ ਜੋ ਹੈ, ਭਾਵ ਕਿ ਇੱਕ ਖਰਗੋਸ਼ ਜੰਗਲਾਂ ਦੇ ਵਿੱਚੋਂ, ਝਾੜੀਆਂ ਦੇ ਵਿੱਚੋਂ ਬਾਹਰ ਨਿਕਲ ਕੇ ਆਇਆ। ਛੋੜਿਓ ਤਾਂ ਕੇ ਬਾਜ ਪਿਛਾਰੀ, ਸਤਿਗੁਰੂ ਮਹਾਰਾਜ ਜੀ ਨੇ ਉਹਨੂੰ ਮਾਰਨ ਵਾਸਤੇ ਬਾਜ ਜਿਹੜਾ ਉਹਦੇ ਮਗਰ ਦੌੜਾ ਦਿੱਤਾ। ਚੁੰਚ ਚਪੇਟ ਸਾਥ ਤਹ ਗੇਰਾ, ਤੇ ਬਾਜ ਨੇ ਮਹਾਰਾਜ ਜੀ ਦਾ ਕੀ ਕਰਨਾ ਕੀਤਾ? ਚੁੰਝ ਮਾਰ ਕਰਕੇ ਇੱਕ ਚਪੇੜ ਜਿਹੜੀ ਹੈ, ਕਿਉਂਕਿ ਇੱਕਦਮ ਬਾਜ ਜਦੋਂ ਸ਼ਿਕਾਰ ਕਰਦਾ ਨਾ, ਜਿਸ ਤਰ੍ਹਾਂ ਗੋਲੀ ਦੀ ਰਫ਼ਤਾਰ ਹੁੰਦੀ ਹੈ ਤੇ ਬਾਜ ਉਸ ਰਫ਼ਤਾਰ ਦੇ ਨਾਲ ਸ਼ਿਕਾਰ ਦਾ ਪਿੱਛਾ ਕਰਦਾ, ਤੇ ਇੱਕੋ ਝਪੱਟੇ ਦੇ ਵਿੱਚ ਆਪਣੀਆਂ ਨੌਂਦਰਾਂ ਦੇ ਨਾਲ, ਨੌਂਦਰਾਂ ਵੀ ਪਿਆਰਿਓ ਇੰਨੀਆਂ ਸਖਤ ਹੁੰਦੀਆਂ ਨਾ ਬਾਜ ਦੀਆਂ, ਤਾਂ ਕਰਕੇ ਜਿਹੜੇ ਬਾਜ ਨੂੰ ਫੜ ਕੇ ਰੱਖਦੇ ਹਨ ਉਹ ਹੱਥ ਦੇ ਵਿੱਚ ਚੰਮ ਦਾ ਇੱਕ ਪੂਰਾ ਦਸਤਾਨਾ ਬੰਨ ਕਰਕੇ ਰੱਖਦੇ, ਖੁੱਲੇ ਹੱਥ ਦੇ ਵਿੱਚ। ਕਿਉਂਕਿ ਮੈਨੂੰ ਆਪ ਇਹਦਾ ਅਨੁਭਵ ਹੈ। ਇੱਕ ਵਾਰੀ ਬਾਜ ਲੈ ਕਰਕੇ ਉਹਨੂੰ ਹੱਥ ਦੇ ਵਿੱਚ ਬਿਠਾ, ਪਹਿਲੇ ਤਾਂ ਬਾਜ ਨੇ ਆਪਣੀ ਪਕੜ ਜਿਆਦੀ ਮਜ਼ਬੂਤ ਨਹੀਂ ਕੀਤੀ, ਲੇਕਿਨ ਇੱਕਦਮ ਜਦੋਂ ਹੱਥ ਹਲ ਗਿਆ, ਉਹਨੇ ਆਪਣੇ ਪੰਜਿਆਂ ਨੂੰ ਜਦੋਂ ਦਬੋਚਣਾ ਕੀਤਾ ਤੇ ਉਹਦੀਆਂ ਨੌਂਦਰਾਂ ਜਿਹੜੀਆਂ ਉਹ ਹੱਥ ਦੇ ਵਿੱਚ ਖੁੱਭ ਗਈਆਂ, ਲਹੂ ਨਿਕਲਣਾ ਸ਼ੁਰੂ ਹੋ ਗਿਆ। ਫਿਰ ਸਿਆਣਿਆਂ ਨੇ ਕਿਹਾ ਕਿ ਨਹੀਂ, ਇਹਨੂੰ ਇਸ ਤਰ੍ਹਾਂ ਨਹੀਂ, ਕਿ ਇੱਕ ਪੂਰਾ ਦਸਤਾਨਾ ਹੁੰਦਾ ਹੈ, ਚੰਮ ਦਾ ਪੂਰਾ ਦਸਤਾਨਾ। ਆਪਨੇ ਵੀ ਵੇਖਿਆ ਹੋਵੇਗਾ ਕਈ ਜਿਹੜੇ ਬਾਜ ਨੂੰ ਆਦਿਕ ਰੱਖਦੇ ਹਨ, ਪੂਰਾ ਇੱਕ ਦਸਤਾਨਾ ਹੋ ਕਰਕੇ ਫਿਰ ਉਹਨੂੰ ਹੱਥ ਦੇ ਵਿੱਚ ਬਿਠਾਉਂਦੇ। ਨੌਂਦਰਾਂ ਬਹੁਤ ਉਹਦੀਆਂ ਤਿੱਖੀਆਂ ਹੁੰਦੀਆਂ, ਇੱਕੋ ਝਪੱਟੇ ਦੇ ਵਿੱਚ ਉਹ ਵੱਡੇ ਤੋਂ ਵੱਡੇ ਸ਼ਿਕਾਰ ਨੂੰ ਫੜ ਕਰਕੇ ਦਬੋਚ ਲੈਂਦਾ, ਮਾਰ ਦਿੰਦਾ। ਬਿਗਸੇ ਪ੍ਰਭੂ ਤਮਾਸ਼ੋ ਹੀਰਾ, ਸਤਿਗੁਰੂ ਮਹਾਰਾਜ ਜੀ ਨੇ ਇਹ ਤਮਾਸ਼ਾ ਵੇਖ ਕਰਕੇ ਬਹੁਤ ਜ਼ਿਆਦਾ ਪ੍ਰਸੰਨ ਹੋਏ। ਦੇਖ ਵੈਸ਼ਨੋ ਬਹੁ ਪਛਤਾਵਾ, ਦੇਖ ਕਰਕੇ ਵੈਸ਼ਨੋ ਨੇ ਬਹੁਤ ਜ਼ਿਆਦਾ ਪਛਤਾਪ ਕੀਤਾ। ਮੈਂ ਕਾਹੇ ਇਨ ਢੇਗ ਚਲ ਆਵਾ, ਮਨ ਵਿੱਚ ਸੋਚਦਾ ਕਿ ਮਨਾ ਐਵੇਂ ਵਿਅਰਥ ਦੇ ਵਿੱਚ ਮੈਂ ਇਹਨਾਂ ਦੇ ਕੋਲ, ਮੈਂ ਤਾਂ ਸਤਿਗੁਰੂ ਮਹਾਰਾਜ ਜਾਣ ਕਰਕੇ ਆਇਆ, ਲੇਕਿਨ ਇਹ ਤਾਂ ਨਿਰਦਈ ਹਨ। ਤਰਫਤ ਜੀਵ ਕੋ ਹੇਰ ਵਿਕਾਸ਼ੇ, ਕਿਉਂਕਿ ਬਾਜ ਨੇ ਜਦੋਂ ਮਾਰਨਾ ਕੀਤਾ ਨਾ ਖਰਗੋਸ਼ ਨੂੰ, ਤੇ ਖਰਗੋਸ਼ ਤੜਪਦਾ ਤੜਪਦਾ ਮਰ ਗਿਆ। ਤੇ ਉਹਦੀ ਤੜਪਣਾ ਨੂੰ ਵੇਖ ਕਰਕੇ ਸਤਿਗੁਰੂ ਮਹਾਰਾਜ ਬਹੁਤ ਜ਼ਿਆਦਾ ਪ੍ਰਸੰਨ ਹੁੰਦੇ ਸਨ। ਕਹਾਂ ਮੁਕਤ ਹੋਵੇ ਇਨ ਪਾਸੇ, ਇਹਨਾਂ ਤੋਂ ਕਿਸ ਤਰ੍ਹਾਂ ਮੁਕਤੀ ਹੋ ਸਕਦੀ ਹੈ? ਇਹ ਮੁਕਤੀ ਦਾਤੇ ਕਿਸ ਤਰ੍ਹਾਂ ਹੋ ਸਕਦੇ ਹਨ? ਇਹ ਤਾਂ ਮਾਰਨ ਵਾਲੇ ਹਨ, ਇਹ ਤਾਰਨ ਵਾਲੇ ਨਹੀਂ ਹਨ। ਤਿਹ ਮਨ ਕੀ ਲਖ ਕੈ ਜਗਨਨਾਥ, ਜਗਨਨਾਥ ਸਤਿਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਨੇ ਉਹਦੀ ਮਨ ਦੀ ਇਹ ਭਾਵਨਾ ਨੂੰ ਜਾਣ ਕਰਕੇ ਸਸੇ ਸੰਗ ਸ਼ਵਾਯੂ ਨਿਜ ਹਾਥ, ਸਤਿਗੁਰੂ ਮਹਾਰਾਜ ਜੀ ਨੇ ਉਹ ਜੋ ਸਸਾ ਜੋ ਹੈ ਉਹਦੇ ਨਾਲ ਆਪਣਾ ਹੱਥ ਕਮਲ ਜਿਹੜਾ ਸਪਰਸ਼ ਕਰਨਾ ਕੀਤਾ। ਤਤ ਛਿਨ ਪਇਓ ਸੋ ਦੇਵ ਸਰੂਪ, ਕਹਿੰਦੇ ਤਤ ਛਿਨ ਉਹਦਾ ਸਰੂਪ ਜਿਹੜਾ ਦੇਵ ਸਰੂਪ ਦੇ ਵਿੱਚ ਬਦਲ ਗਿਆ, ਆਤਮਿਕ ਸਰੂਪ ਦੇ ਵਿੱਚ, ਸੂਖਸ਼ਮ ਸਰੂਪ ਦੇ ਵਿੱਚ ਉਹ ਸਹਾ ਜੋ ਹੈ ਪ੍ਰਗਟ ਹੋਇਆ ਹੈ। ਭੂਖਨ ਅੰਗਨ ਬੀਚ ਅਨੂਪਾ, ਉਹਦੇ ਸਰੀਰ ਦੇ ਵਿੱਚ ਇਹ ਪਿਆਰਿਓ ਪ੍ਰਤੱਖ ਕਦੇ ਨਹੀਂ ਸੋਚਣਾ ਚਾਹੀਦਾ।
ਇਹ ਨਾ ਸੋਚਣਾ ਕਰੋ ਕਿ ਕੋਈ ਸਰੀਰ ਜਿਹੜਾ ਹੈ, ਭਾਵ ਕਿ ਅਸਥੂਲ ਸਰੀਰ ਦੀ ਗੱਲ ਨਹੀਂ ਚੱਲ ਰਹੀ ਹੈ। ਇਹ ਸੂਖਸ਼ਮ ਸਰੀਰ, ਕਾਰਨ ਸਰੀਰ ਜਿਹਨੂੰ ਬੋਲਦੇ ਆ, ਜੋ 3 ਤੱਤਾਂ ਦਾ ਸਰੀਰ ਆਪਾਂ ਜਿਹਨੂੰ ਆਪਾਂ ਵੇਖ ਨਹੀਂ ਸਕਦੇ ਆ। ਕਈ ਵਾਰੀ ਪਿਆਰਿਓ ਇਹਦਾ ਪ੍ਰਤੀਬਿੰਬ ਬਣਦਾ, ਅਕਸ ਬਣਦੇ, ਕਈ ਵਾਰੀ ਪਿਆਰਿਓ ਇਹ ਨਜ਼ਰ ਵੀ ਆਉਂਦੀਆਂ। ਇਹਨੂੰ ਹੀ ਪਿਆਰਿਓ ਪ੍ਰੇਤ ਆਤਮਾ ਵੀ ਆਪਾਂ ਕਹਿ ਸਕਦੇ ਆ। ਇਹਨੂੰ ਹੀ ਪ੍ਰੇਤ ਆਤਮਾ, ਜੋ ਨਿਖਿੱਧ ਆਤਮਾਵਾਂ ਨੂੰ ਪ੍ਰੇਤ ਆਤਮਾ, ਜੋ ਚੰਗੀਆਂ ਆਤਮਾਵਾਂ ਹੁੰਦੀਆਂ ਉਹਨੂੰ ਦੇਵ ਆਤਮਾ ਬੋਲਦੇ ਆ। ਤੇ ਸੰਸਾਰ ਦੇ ਵਿੱਚ ਪਿਆਰਿਓ ਦੇਵ ਆਤਮਾ ਵੀ ਮੌਜੂਦ ਹੈ, ਪ੍ਰੇਤ ਆਤਮਾ ਵੀ ਮੌਜੂਦ ਹੈ। ਭਾਵ ਕਿ ਕਈ ਥਾਵਾਂ ਤੇ ਜੋ ਪ੍ਰੇਤ ਆਤਮਾ, ਨਿਖਿੱਧ ਆਤਮਾਵਾਂ ਜੋ ਹੁੰਦੀਆਂ ਨਾ, ਤੇ ਜਦੋਂ ਉਹ ਸਰੀਰ ਦੇ ਵਿੱਚ ਪ੍ਰਵੇਸ਼ ਕਰ ਜਾਂਦੀਆਂ, ਉਹਨਾਂ ਦੀ ਫੀਲਡ ਨਿਗੇਟਿਵਿਟੀ ਦੀ ਹੁੰਦੀ ਹੈ, ਨਕਾਰਾਤਮਕ ਹੁੰਦੀ ਹੈ। ਬਹੁਤ ਜ਼ਿਆਦਾ ਭੈ ਉਤਪੰਨ ਹੋਣਾ, ਗਲਤ ਕੰਮ ਉਹ ਕਰਦੀਆਂ, ਗਲਤ ਕੰਮ ਨੂੰ ਪ੍ਰੇਰਿਤ ਕਰਦੀਆਂ। ਤਾਂ ਦਾ ਪਹਿਰਾ ਲੱਗ ਗਿਆ। ਕਦੇ ਇਹ ਨਾ ਸਮਝਣਾ ਕਰੋ ਕਿ ਸ਼ਹੀਦ ਸਿੰਘ ਐਵੇਂ, ਕਈ ਪਿਆਰਿਓ ਗੱਪੀ ਜਿਹੜੇ ਹੁੰਦੇ ਨਾ, ਗੱਪ ਮਾਰਨ ਵਾਲੇ, ਗੱਪ ਵੀ ਬੜਾ ਹਾਂਕ ਦਿੰਦੇ। ਅਜੀ ਉੱਥੇ ਗਏ ਸੀ ਜੀ, ਬਹੁਤ ਸ਼ਹੀਦੀ ਫੌਜ ਕਰੋੜਾਂ ਦੀ ਗਿਣਤੀ ਦੇ ਵਿੱਚ ਸਾਹਮਣੇ ਖੜੋਤੀ ਹੋਈ ਹੈ। ਨਹੀਂ ਪਿਆਰਿਓ, ਐਵੇਂ ਜਿਨ੍ਹਾਂ ਨੂੰ ਇਹਨਾਂ ਚੀਜ਼ਾਂ ਦਾ ਪਤਾ ਹੁੰਦਾ ਉਹ ਦੱਸਿਆ ਨਹੀਂ ਕਰਦੇ ਹੁੰਦੇ ਹਨ। ਇਹ ਤਾਂ ਭਾਵਨਾ ਦੀ ਗੱਲ ਹੈ, ਕਿਉਂਕਿ ਫਿਰ ਕਈ ਵਾਰੀ ਲੋਕਾਂ ਨੂੰ ਇਹ ਕਰਨ ਵਾਸਤੇ, ਲੋਕਾਂ ਤੋਂ ਮਾਇਆ ਉਗਰਾਉਣ ਦੇ ਵਾਸਤੇ ਗੱਪ ਮਾਰ ਦਿੰਦੇ। ਬਹੁਤ ਸ਼ਹੀਦੀ ਸਿੰਘ ਜੀ ਸਾਡੇ ਨਾਲ ਹੀ ਹੁੰਦੇ, ਅੰਗ ਸੰਗ ਹੁੰਦੇ। ਨਹੀਂ ਪਿਆਰਿਓ, ਜੇ ਇਸ ਤਰ੍ਹਾਂ ਹੁੰਦਾ ਵੀ ਨਾ, ਉਹ ਮਹਾਂਪੁਰਖ ਉਹ ਕਦੇ ਕਹਿੰਦੇ ਨਹੀਂ ਹਨ, ਇਸ ਤਰ੍ਹਾਂ ਦਾ ਕੋਈ ਦਾਵਾ ਨਹੀਂ ਕਰਦੇ। ਲੇਕਿਨ ਇਹ ਸ਼ਹੀਦ ਸਿੰਘ ਹੁੰਦੇ ਜ਼ਰੂਰ ਹਨ, ਜਿਨ੍ਹਾਂ ਨੂੰ ਦੇਵ ਆਤਮਾਵਾਂ ਆਪਾਂ ਬੋਲਦੇ ਹਾਂ, ਸ਼ੁਭ ਆਤਮਾਵਾਂ ਤੇ ਅਸ਼ੁਭ ਆਤਮਾਵਾਂ। ਜਦੋਂ ਕਈ ਵਾਰੀ ਅਸ਼ੁਭ ਆਤਮਾ ਦਾ, ਪ੍ਰੇਤ ਆਤਮਾ ਦਾ ਕਿੱਥੇ ਪੈਰਾ ਲੱਗ ਜਾਵੇ, ਤਾਂ ਆਪਾਂ ਫਿਰ ਸ਼ਹੀਦਾਂ ਦੇ ਕੋਲ ਅਰਦਾਸ ਕਰਾਉਂਦੇ ਹਾਂ ਕਿ ਐ ਸ਼ਹੀਦ ਸਿੰਘੋ, ਸ਼ਹੀਦੋ, ਮੁਰੀਦੋ, ਕਿ ਤੁਸੀਂ ਆਪਣਾ ਪੈਰਾ ਲਾਓ ਤੇ ਇਹ ਨਿਖਿੱਧ ਆਤਮਾਵਾਂ ਜੋ ਹਨ ਉਹਨਾਂ ਨੂੰ ਜੋ ਹੈ ਤੁਸੀਂ ਦੂਰ ਕਰਨਾ ਕਰੋ। ਇਹ ਗੱਲ ਪਿਆਰਿਓ ਸਿਰਫ ਤੱਤਾਂ ਤੋਂ ਆਧਾਰਿਤ, ਇਹਨੂੰ ਇਹ ਨਾ ਸਮਝਣਾ ਕਰੋ ਕਿ ਐਵੇਂ ਕਈ ਕਹਾਈ ਗੱਲ ਹੈ ਕਿ ਕਿਸੇ ਜ਼ਮਾਨੇ ਦੇ ਵਿੱਚ ਇਸ ਤਰ੍ਹਾਂ ਹੀ ਸੀ। ਲੇਕਿਨ ਅੱਜ ਪਿਆਰਿਓ ਜੋ ਵਿਗਿਆਨਿਕ ਯੁੱਗ ਹੈ, ਹਰ ਚੀਜ਼ ਆਪਾਂ ਪੁੱਛਦੇ ਹਾਂ ਕਿ ਭਾਈ ਇਹਨੂੰ ਸਾਇੰਟੀਫਿਕ ਤਰੀਕੇ ਦੇ ਨਾਲ ਤੁਸੀਂ ਸਿੱਧ ਕਰਨਾ ਕਰੋ। ਅੱਜ ਵੱਡੀਆਂ ਵੱਡੀਆਂ ਯੂਨੀਵਰਸਿਟੀਆਂ ਜੋ ਹਨ ਵਿਦੇਸ਼ਾਂ ਦੇ ਵਿੱਚ, ਹਿੰਦੁਸਤਾਨ ਦੇ ਵਿੱਚ, ਉਹਨਾਂ ਨੇ ਪਿਆਰਿਓ ਇਸ ਗੱਲ ਨੂੰ ਸਿੱਧ ਕਰ ਦਿੱਤਾ, ਕਹਿ ਦਿੱਤਾ ਕਿ ਭਾਈ ਇਹ ਪ੍ਰੇਤ ਆਤਮਾਵਾਂ ਜੋ ਹਨ, ਇਹ ਜੋ ਗੁਪਤ ਆਤਮਾਵਾਂ ਇਹ ਹੁੰਦੀਆਂ ਹਨ, ਤੇ ਉਹਨਾਂ ਦਾ ਪਤਾ ਲਾਉਣ ਦੇ ਵਾਸਤੇ ਉਹਨਾਂ ਨੇ ਯੰਤਰ ਵੀ ਬਣਾਏ। ਉਹ ਯੰਤਰ ਜਿਹੜਾ ਨਾ ਪਿਆਰਿਓ ਟੈਂਪਰੇਚਰ ਆਦਿਕ ਉਹ ਫੀਲਡ ਨੂੰ ਤੱਕਦਾ ਹੈ, ਕਿਉਂਕਿ ਜਿੱਥੇ ਇਹ ਨਾ ਹੋਵੇ ਨਾ, ਇਹ ਆਤਮਾ ਜਾਂ ਇਹ ਸੂਖਸ਼ਮ ਸਰੀਰ, ਇਹ ਗੁਪਤ ਰੂਹਾਂ ਆਤਮਾਵਾਂ, ਇਹ ਜਿੱਥੇ ਨਹੀਂ ਹੁੰਦੀਆਂ ਉੱਥੇ ਸੰਕੇਤ ਨਹੀਂ ਹੁੰਦਾ। ਲੇਕਿਨ ਇਹੋ ਜਿਹੇ ਯੰਤਰ ਹਨ, ਜਦੋਂ ਉਹ ਫੀਲਡ ਦੇ ਵਿੱਚ ਉਹ ਯੰਤਰ ਚੱਲ ਗਿਆ, ਇੱਕਦਮ ਉਹ ਯੰਤਰ ਜਿਹੜਾ ਸੁਚੇਤ ਕਰ ਦਿੰਦਾ ਕਿ ਭਾਈ ਇੱਥੇ ਕੋਈ ਜੋ ਹੈ ਪ੍ਰੇਤ ਆਤਮਾ ਜਾਂ ਕੋਈ ਸੂਖਸ਼ਮ ਸਰੀਰ, ਗੁਪਤ ਰੂਹ ਇੱਥੇ ਹੈ। ਤੇ ਇਸ ਤਰ੍ਹਾਂ ਨਹੀਂ ਕਿ ਬਸ ਇੱਕੋ ਪਾਸੇ ਉਹ ਰੁਕ ਜਾਂਦੀ ਹੈ, ਕਈ ਵਾਰੀ ਅੱਗੇ ਚੱਲ ਜਾਵੇ ਤੇ ਫਿਰ ਬਸ ਸੰਕੇਤ ਕਰਕੇ ਫਿਰ ਉਹਨਾਂ ਦੇ ਮਗਰ ਜਾਓ, ਫਿਰ ਉਹਦੇ ਨਾਲ ਨਾਲ ਚਲੋ, ਤਾਂ ਫਿਰ ਪਤਾ ਲੱਗਦਾ ਹਾਂ ਆਪਾਂ ਉਹਦੇ ਨਾਲ ਹੀ ਜਾ ਰਹੇ। ਕਿ ਕਈ ਵਾਰੀ ਰੁਕ ਜਾਓ, ਉਹ ਫੀਲਡ ਦੇ ਵਿੱਚੋਂ ਨਿਕਲ ਜਾਵੇ ਤਾਂ ਯੰਤਰ ਬੰਦ ਹੋ ਜਾਂਦਾ। ਕਹਿਣ ਦਾ ਭਾਵ ਕਿ ਇਹ ਸਭ ਕੁਝ ਹੁੰਦਾ। ਤੇ ਸਤਿਗੁਰੂ ਸੱਚੇ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਨੇ ਜਦੋਂ ਉਹਨੂੰ ਹੱਥ ਛੁਮਾਉਣਾ ਕੀਤਾ, ਉਹਦੇ ਵਿੱਚ ਇੱਕ ਦੇਵ ਸਰੂਪ ਪ੍ਰਗਟ ਹੋਇਆ। ਭੂਖਨ ਅੰਗਣ ਬੀਜ ਅਨੂਪਾ, ਬਹੁਤ ਸੋਹਣਾ ਉਹਦਾ ਸਰੀਰ ਹੈ। ਬਨੀ ਰੁਚਿਰਤਾ ਕਾਮ ਲੱਜਾਵਾ, ਤੇ ਬਾਣੀ ਬਹੁਤ ਉਹਦੀ ਰੁਚਿਰ ਹੈ, ਜਿਹਦੇ ਨਾਲ ਕਾਮ ਵੀ ਸ਼ਰਮਸ਼ਾਰ ਹੋ ਜਾਵੇ। ਉਸਤਤ ਕਰਕੇ ਉਰਧ ਸਿਧਾਵਾ, ਉਹ ਆਤਮਾ ਨੇ ਮਹਾਰਾਜ ਜੀ ਦੀ ਉਸਤਤੀ ਕਰਨੀ ਕੀਤੀ, ਉਸਤਤੀ ਕਰਕੇ ਉਹ ਊਰਧਗਾਮੀ ਹੋ ਗਿਆ, ਆਕਾਸ਼ ਵੱਲ ਚੱਲ ਗਿਆ, ਮੁਕਤ ਹੋ ਗਿਆ। ਜਬ ਇਹ ਚਰਿਤ ਵੈਸ਼ਨਵ ਦੇਖਾ, ਜਦੋਂ ਇਹ ਚਰਿੱਤਰ ਜਿਹੜਾ ਵੈਸ਼ਨੋ ਨੇ ਦੇਖਣਾ ਕੀਤਾ,
ਗੁਰ ਮੈਂ ਸ਼ਰਧਾ ਬਧੀ ਵਿਸੇਖਾ। ਉਹਦੇ ਮਨ ਦੇ ਵਿੱਚ ਬਹੁਤ ਜ਼ਿਆਦੀ ਸ਼ਰਧਾ ਜਿਹੜੀ ਹੈ ਵੱਧ ਗਈ ਹੈ। ਪਦ ਅਰਬਿੰਦ ਦੌਰ ਲਪਟਾਵਾ। ਜਦੋਂ ਸੰਸਾ ਮਿਟ ਗਿਆ ਭੱਜ ਕਰਕੇ ਚਰਨ ਕਮਲਾਂ ਦੇ ਵਿੱਚ ਲਿਪਟ ਗਿਆ ਹੈ। ਅਧਿਕ ਪ੍ਰੇਮ ਸੋ ਹਿਰਦਾ ਛਾਵਾ। ਮਨ ਦੇ ਵਿੱਚ ਬਹੁਤ ਪ੍ਰੇਮ ਦੇ ਨਾਲ ਹਿਰਦਾ ਛਾ ਗਿਆ। ਡੇਰੇ ਜਾਏ ਬੂਝਨੋ ਕੀ ਨਾ। ਜਦੋਂ ਸਤਿਗੁਰੂ ਮਹਾਰਾਜ ਜੀ ਡੇਰੇ ਵਿੱਚ ਆ ਗਏ, ਇਹ ਉਹ ਵੈਸ਼ਨੂ ਸਾਧ ਨੇ ਡੇਰੇ ਵਿੱਚ ਆ ਕਰਕੇ ਪੁੱਛਣਾ ਕੀਤਾ, ਕੌਣ ਹੋ ਤੋ ਜੋ ਕੀਓ ਬੰਧ ਹੀ ਨਾ। ਕਹਿੰਦਾ ਕਿ ਸਤਿਗੁਰੂ ਮਹਾਰਾਜ ਆਪ ਜੀ ਦੱਸਣਾ ਕਰੋ, ਇਹ ਕੌਣ ਹੈ ਜਿਹਨੂੰ ਆਪ ਜੀ ਨੇ ਬੰਧਨਾਂ ਤੋਂ ਮੁਕਤ ਕਰਨਾ ਕੀਤਾ ਹੈ। ਕਹਿਸ਼ਿਨ ਮੂਲੇ ਕਉ ਜੋ ਪ੍ਰਸੰਗ। ਉਸ ਵੇਲੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਨੇ ਮੂਲਾ ਖੱਤਰੀ ਦਾ ਜੋ ਪ੍ਰਸੰਗ ਹੈ, ਗੁਰੂ ਸੁਨਾਏ ਦੀਨ ਤਹਿ ਸੰਗਾ। ਸਤਿਗੁਰੂ ਮਹਾਰਾਜ ਜੀ ਨੇ ਉਹ ਸਾਰਾ ਪ੍ਰਸੰਗ ਸੁਣਾ ਦਿੱਤਾ ਕਿ ਆ ਕਿ ਇਹ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ ਵੇਲੇ ਦਾ ਭਇਓ ਸਿੱਖ ਗੁਰ ਕੋ ਯੁਤ ਪ੍ਰੀਤੀ। ਆ ਜੋ ਹੈ ਵੈਸ਼ਨੋ ਸਾਧ ਸਤਿਗੁਰੂ ਮਹਾਰਾਜ ਜੀ ਦਾ ਸਿੱਖ ਬਣ ਗਿਆ। ਇਹਦੇ ਮਨ ਦੇ ਵਿੱਚ ਸ਼ਰਧਾ ਭਾਵਨਾ ਜਿਹੜੀ ਹੈ ਬਹੁਤ ਜ਼ਿਆਦੀ ਵੱਧ ਗਈ। ਕਿਉ ਮੂਲੇ ਨੇ ਸ਼ੁਭ ਗਤ ਪਾਈ। ਇਸ ਤਰ੍ਹਾਂ ਕਹਿੰਦੇ ਹਨ ਮੂਲੇ ਖੱਤਰੀ ਨੂੰ ਸ਼ੁਭ ਗਤੀ ਦੀ ਪ੍ਰਾਪਤੀ ਹੋਈ ਹੈ 10ਵੇਂ ਜਾਮੇ ਦੇ ਵਿੱਚ। ਕਵ ਵਰਣਨ ਕਰ ਸਰਬ ਸੁਨਾਈ। ਕਵੀ ਰਾਜ ਜੀ ਨੇ ਇਹ ਸਾਰੀ ਕਥਾ ਜੋ ਹੈ ਵਰਣਨ ਕਰਕੇ ਆਪ ਜੀਆਂ ਨੂੰ ਸਰਵਣ ਕਰਾਉਣਾ ਕੀਤਾ। ਇੱਥੇ ਪਿਆਰਿਓ ਇੱਕ ਨੋਟ ਕਰਨ ਵਾਲੀ ਗੱਲ ਹੈ, ਜਿਸ ਤਰ੍ਹਾਂ ਦਾਸ ਨੇ ਪਹਿਲਾਂ ਵੀ ਬੇਨਤੀ ਕੀਤੀ ਨਾ, ਇਤਿਹਾਸ ਪਿਆਰਿਓ ਬਹੁਤ ਵੱਡਾ ਹੁੰਦਾ ਹੈ ਤੇ ਕੋਈ ਵੀ ਇਤਿਹਾਸਕਾਰ ਜਿਹੜਾ ਹੈ ਮੁਕੰਮਲ ਤੌਰ ਤੇ ਨਹੀਂ ਕਹਿ ਸਕਦਾ ਕਿ ਭਾਈ ਇਹ ਪੂਰਾ ਇਤਿਹਾਸ ਮੈਨੇ ਲਿਖ ਦਿੱਤਾ। ਇਤਿਹਾਸ ਦੇ ਕਈ ਪਹਿਲੂ ਹੁੰਦੇ ਹਨ। ਕੋਈ ਇਹ ਕਹਿੰਦਾ, ਕਈ ਇਸ ਕਰਕੇ ਪਿਆਰਿਓ ਬਹੁਤ ਤਰਕਾਂ ਦੇ ਵਿੱਚ ਲੱਗ ਜਾਂਦੇ। ਸਾਡੇ ਵਰਗੇ ਕਈ ਜੋ ਹਨ ਕਥਾਕਾਰ, ਉਹਨਾਂ ਨੂੰ ਐਵੇਂ ਚੰਗੁਲ ਦੇ ਵਿੱਚ ਫਸਾ ਲੈਣਾ, ਕਹਿਣਾ ਕਿ ਇੱਥੇ ਜੀ ਇੰਜ ਲਿਖਿਆ, ਤੁਸੀਂ ਉਂਝ ਕਿਉਂ ਬੋਲ ਦਿੱਤਾ। ਫਿਰ ਉਹਨਾਂ ਨੂੰ ਹੱਥ ਜੋੜ ਕੇ ਸਮਝਾਉਣਾ ਪੈਂਦਾ, ਨਹੀਂ ਭਾਈ ਇਹ ਗੱਲ ਇੰਜ ਨਹੀਂ ਹੈ। ਇਹ ਇਤਿਹਾਸਕਾਰ ਕੁਛ ਕਹਿੰਦਾ, ਕੁਛ ਇਤਿਹਾਸਕਾਰ ਕੁਛ ਕਹਿੰਦੇ ਹਨ। ਕੁਛ ਪਿਆਰਿਓ ਫਿਰ ਦੰਤ ਕਥਾਵਾਂ ਜੋ ਹੈ ਉਹ ਵੀ ਪ੍ਰਚਲਿਤ ਹੋ ਜਾਂਦੀਆਂ। ਕਹਿਣ ਦਾ ਭਾਵ ਕਿ ਇਤਿਹਾਸ ਬਹੁਤ ਵੱਡਾ ਹੁੰਦਾ ਤੇ ਕੋਈ ਵੀ ਇਤਿਹਾਸ ਜੇ ਤੁਸੀਂ ਪੜ੍ਹਨਾ ਹੋਵੇ ਨਾ, ਤੇ ਕਈ ਇਤਿਹਾਸਕਾਰ ਇਤਿਹਾਸ ਜਦੋਂ ਲਿਖਦੇ ਤੇ ਉਹਨਾਂ ਸਾਰਿਆਂ ਨੂੰ ਜਦੋਂ ਆਪਾਂ ਪੜ੍ਹਦੇ ਹਾਂ ਤਾਂ ਪਿਆਰਿਓ ਸਾਨੂੰ ਮੁਕੰਮਲ ਕਥਾ ਦਾ ਪਤਾ ਚੱਲਦਾ। ਹੁਣ ਹਮਜ਼ਾ ਗੌਸ ਦੀ ਜੋ ਗੱਲ ਹੈ, ਕਵੀ ਰਾਜ ਜੀ ਨੇ ਇੱਥੇ ਵਰਣਨ ਨਹੀਂ ਕਰਨਾ ਕੀਤਾ, ਲੇਕਿਨ ਹਮਜ਼ਾ ਗੌਸ ਦੀ ਵੀ ਕਥਾ ਆਉਂਦੀ ਹੈ ਕਿ ਹਮਜ਼ਾ ਗੌਸ ਜੇ ਆਪਣਾ ਪੰਥ ਪ੍ਰਕਾਸ਼ ਪੜੋ, ਗਿਆਨੀ ਗਿਆਨ ਸਿੰਘ ਜੀ ਵਾਲਾ, ਤੇ ਪੁਰਾਤਨ ਜਨਮ ਸਾਖੀ ਆਦਿਕ ਪੜੋ, ਉਹਦੇ ਵਿੱਚ ਵੀ ਤੁਹਾਨੂੰ ਇਹ ਸਾਖੀ ਪ੍ਰਾਪਤ ਹੋਵੇਗੀ। ਇਸ ਕਰਕੇ ਦਾਸ ਨੇ ਉਹ ਵੀ ਸਰਵਣ ਕਰਾ ਦਿੱਤਾ ਕਿ ਕਿਤੇ ਮਨ ਵਿੱਚ ਸ਼ੱਕ ਨਾ ਰਵੇ, ਕਿਉਂਕਿ ਜਿੱਥੋਂ ਤੱਕ ਸਾਨੂੰ ਪਤਾ ਲੱਗਦਾ ਕਿ ਹਾਂ ਭਾਈ ਇਹ ਵੀ ਇੱਥੋਂ ਦਾ ਇਤਿਹਾਸ ਹੈ, ਤੇ ਉਹ ਦੱਸ ਦੇਣਾ ਚਾਹੀਦਾ ਕਿ ਸੰਗਤ ਨੂੰ ਪਤਾ ਲੱਗ ਜਾਵੇ। ਆ ਜੋ ਸਾਖੀ ਜੋ ਹੈ, ਇੱਥੇ ਵੈਸ਼ਨੋ ਸਾਧ ਦਾ ਬਚਨ ਆਇਆ। ਵੈਸ਼ਨੋ ਸਾਧ ਨੇ ਇਹ ਕਿਹਾ ਤੇ ਮਹਾਰਾਜ ਜੀ ਨੇ ਸੱਸੇ ਦਾ ਉਧਾਰ ਕਰਨਾ ਕੀਤਾ, ਲੇਕਿਨ ਕੋਈ ਇੱਥੇ ਅਸਥਾਨ ਦੀ ਚਿੰਨ੍ਹਦੇਹੀ ਨਹੀਂ ਕਰਨੀ ਕੀਤੀ ਹੈ, ਕਿਉਂਕਿ ਆਪਾਂ ਪਿੱਛੇ ਸੂਰਜ ਪ੍ਰਕਾਸ਼ ਗ੍ਰੰਥ ਦੀ ਜਦੋਂ ਸਮਾਪਤੀ ਹੋਈ ਹੈ, ਸ਼ਿਕਾਰ ਘਾਟ ਸਾਹਿਬ ਦੀ ਵੀ ਜਦੋਂ ਸਾਖੀ ਆਉਂਦੀ ਹੈ, ਫਿਰ ਦਾਸ ਨੇ ਇਹਨੂੰ, ਕਈ ਵਾਰੀ ਬੰਦਾ ਭੁੱਲ ਵੀ ਜਾਂਦਾ, ਇਤਿਹਾਸ ਬਹੁਤ ਵੱਡਾ ਹੈ, ਫਿਰ ਤੋਂ ਉਹ ਸਾਰੀ ਕਥਾ ਜਿਸ ਤਰ੍ਹਾਂ ਕਵੀ ਭਾਈ ਸੰਤੋਖ ਸਿੰਘ ਸਾਹਿਬ ਜੀ ਨੇ ਦੂਜੇ ਐਨ ਦੇ ਵਿੱਚ ਸ਼ਿਕਾਰ ਘਾਟ ਦੀ ਸਾਖੀ ਆਉਂਦੀ ਹੈ, ਉਹਦੇ ਵਿੱਚ ਜਦੋਂ ਪੜਿਆ, ਉਹਦੇ ਵਿੱਚ ਵੀ ਪਿਆਰਿਓ ਇਹ ਮੂਲੇ ਦਾ ਵਰਣਨ ਤਾਂ ਨਹੀਂ ਕੀਤਾ ਗਿਆ, ਲੇਕਿਨ ਇਹ ਕਿਹਾ ਗਿਆ ਸ਼ਿਕਾਰ ਘਾਟ ਦੇ ਵਿੱਚ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਸਹੇ ਦਾ ਸ਼ਿਕਾਰ ਕੀਤਾ। ਤੇ ਜਦੋਂ ਬਹਾਦਰ ਸ਼ਾਹ ਨੇ ਤੇ ਜਾਂ ਇਹਨਾਂ ਨੇ ਬੇਨਤੀ ਕੀਤੀ ਨਾ ਕਿ ਮਹਾਰਾਜ ਮਾਰਿਆ ਤਾਂ ਕੀ ਮਾਰਿਆ, ਨਿੱਕਾ ਜਿਹਾ ਸੱਸਾ ਮਾਰਿਆ, ਇਹ ਕੌਣ ਇੰਨੀ ਵੱਡੀ ਫੌਜ ਹੈ, ਇਹਦਾ ਆਪਾਂ ਕੀ ਕਰਨਾ ਕਰੀਏ। ਮਹਾਰਾਜ ਨੇ ਕਿਹਾ ਕਿ ਨਹੀਂ ਭਾਈ, ਛਕਣ ਵਾਸਤੇ ਨਹੀਂ, ਇਹਦਾ ਉਧਾਰ ਕਰਨ ਵਾਸਤੇ ਅਸਾਂ ਨੇ ਇਹਨੂੰ ਮਾਰਨਾ ਕੀਤਾ। ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ ਵੇਲੇ ਦਾ ਇਹ ਵਿਛੜਿਆ ਹੋਇਆ ਹੈ, ਲੇਕਿਨ ਇੱਥੇ ਪਿਆਰਿਓ ਕੋਈ ਅਸਥਾਨ ਨੂੰ ਕੋਟ ਨਹੀਂ ਕੀਤਾ। ਕਵੀ ਰਾਜ ਜੀ ਨੇ ਇਹ ਨਹੀਂ ਕਿਹਾ ਕਿ ਭਾਈ ਇਹ ਆਨੰਦਪੁਰ ਸਾਹਿਬ ਦੀ ਜਾਂ ਫਲਾਣੇ ਅਸਥਾਨ ਦੀ ਸਾਖੀ ਹੈ ਜਾਂ ਇਹ ਹੈ। ਇਹ ਸਾਖੀ ਹੋ ਸਕਦਾ ਇੱਥੇ ਵੀ ਹੋ ਸਕਦੀ ਹੈ, ਤੇ ਲੇਕਿਨ ਇੱਥੇ ਉਹਨਾਂ ਨੇ ਵੈਸ਼ਨੋ ਸਾਧ ਦਾ ਜ਼ਿਕਰ ਕੀਤਾ। ਲੇਕਿਨ ਸ਼ਿਕਾਰ ਘਾਟ ਦੇ ਵਿੱਚ ਜੋ ਆਪਾਂ ਇਤਿਹਾਸ ਪੜ੍ਹਦੇ ਆ, ਉੱਥੇ ਜੋ ਸਾਖੀ ਸਰਵਣ ਕਰਾਈ ਜਾਂਦੀ ਹੈ, ਗਿਆਨੀ ਗਿਆਨ ਸਿੰਘ ਜੀ ਨੇ ਔਰ ਵੀ ਪੁਰਾਤਨ ਭਾਈ ਵੀਰ ਸਿੰਘ ਸਾਹਿਬ ਜੀ ਨੇ ਦਸਮੇਸ਼ ਚਮਤਕਾਰ,
ਔਰ ਬਹੁਤ ਸਾਰੇ ਇਤਿਹਾਸਕਾਰਾਂ ਨੇ ਪਿਆਰਿਓ ਉਥੇ ਜਦੋਂ ਮਹਾਰਾਜ ਜੀ ਨੇ ਸ਼ਿਕਾਰ ਕਰਨਾ ਕੀਤਾ ਇੰਜ ਕਿਹਾ ਕਿ ਮਹਾਰਾਜ ਜੀ ਨੇ ਆਪ ਤੀਰ ਦੇ ਨਾਲ ਸਸੇ ਨੂੰ ਮਾਰਨਾ ਕੀਤਾ। ਤੇ ਫਿਰ ਜਦੋਂ ਸੰਗਤਾਂ ਨੇ ਬਹਾਦਰ ਸ਼ਾਹ ਆਦਿਕ ਨੇ ਬਚਨ ਕੀਤਾ, ਮਹਾਰਾਜ ਇਹ ਨਿੱਕਾ ਜਿਹਾ ਜਾਨਵਰ ਕਿਉਂ ਮਾਰਿਆ? ਮਹਾਰਾਜ ਜੀ ਨੇ ਕਿਹਾ ਕਿ ਭਾਈ ਇਹਦਾ ਉਧਾਰ ਕਰਨਾ ਸੀ। ਤੇ ਸਤਿਗੁਰੂ ਮਹਾਰਾਜ ਜੀ ਨੇ ਫਿਰ ਮੇਰਾ ਭਰੀ ਨਿਗਾਹ ਤੱਕ ਕਰਕੇ ਉਹਦੇ ਵਿੱਚੋਂ ਰੂਹ ਪ੍ਰਗਟ ਕਰਨੀ ਕੀਤੀ। ਤੇ ਉਹ ਰੂਹ ਜਿਹੜੀ ਆ ਹੱਥ ਜੋ ਇੱਕ ਆਤਮਾ ਪ੍ਰਗਟ ਹੋਈ ਫਿਰ ਅਲੋਪ ਹੋ ਗਈ। ਫਿਰ ਮਹਾਰਾਜ ਜੀ ਨੇ ਉੱਥੇ ਕਿਹਾ ਕਿ ਭਾਈ ਇਹ ਦਸ਼ਮੇਸ਼ ਆਪਣਾ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ ਵੇਲੇ ਵਿਛੜਿਆ ਹੋਇਆ ਸਿੱਖ ਮੂਲਾ ਖੱਤਰੀ ਹੈ, ਉਹਦਾ ਅਸਾਂ ਨੇ ਇਸ ਧਰਤੀ ਤੇ ਆ ਕਰਕੇ ਉਧਾਰ ਕਰਨਾ ਕੀਤਾ। ਇਹ ਸਾਖੀ ਜਿਹੜੀ ਹੈ ਪਿਆਰਿਓ ਸ਼ਿਕਾਰ ਘਾਟ ਦੀ ਪ੍ਰਚਲਿਤ ਸਾਖੀ ਹੈ। ਇੱਥੇ ਕਵੀ ਰਾਜ ਜੀ ਨੇ ਸਾਖੀ ਦਾ ਅਸਥਾਨ ਜ਼ਿਕਰ ਨਹੀਂ ਕੀਤਾ, ਹੋ ਸਕਦਾ ਉਹ ਵੀ ਇੱਥੋਂ ਦਾ ਹੀ ਕੋਟ ਕਰਦੇ ਹੋਣਗੇ। ਇਤ ਸ਼੍ਰੀ ਗੁਰੂ ਨਾਨਕ ਪ੍ਰਕਾਸ਼ ਗ੍ਰੰਥੇ ਉੱਤਰਾਰਧੇ ਬਾਲ ਗੁੰਦਾਈ ਮੂਲੇ ਕੋ ਪ੍ਰਸੰਗ ਵਰਣਨੰ ਨਾਮ 38ਵਾਂ ਅਧਿਆਇ। ਇੱਥੇ ਪਿਆਰਿਓ 8 ਤੇ 30ਵਾਂ ਅਧਿਆਇ ਜਿਹੜਾ ਹੈ ਇਹਦੀ ਸਮਾਪਤੀ ਹੋਈ ਹੈ। ਅਗਲਾ ਅਧਿਆਇ ਉਹਦੀ ਆਰੰਭਤਾ ਹੋ ਰਹੀ ਹੈ ਜੀ। ਦੋਹਰਾ ਪੜਨ ਸੁਨਨ ਕਰ ਸ਼ੀਰ ਸਮ ਪ੍ਰੇਮ ਸਮਾਇਨ ਪਾਏ। ਕਵੀ ਰਾਜ ਕਵੀ ਭਾਈ ਸੰਤੋਖ ਸਿੰਘ ਸਾਹਿਬ ਜੀ ਅਗਲਾ ਜੋ ਇਤਿਹਾਸ ਲਿਖ ਰਹੇ ਹਨ, ਅਗਲਾ ਜੋ ਅਧਿਆਇ ਉਹਦੀ ਆਰੰਭਤਾ ਤੋਂ ਪਹਿਲਾਂ ਉਹਨਾਂ ਨੇ ਮੰਗਲਾਚਰਨ ਕਰਨਾ ਕੀਤਾ। ਹੁਣ ਜੋ ਸਤਿਗੁਰੂ ਮਹਾਰਾਜ ਜੀ ਦੀ ਬਾਣੀ ਦਾ ਆਪਾਂ ਜਾਪ ਕਰਦੇ ਹਾਂ ਜਾਂ ਆਪਾਂ ਸਿਮਰਨ ਕਰਦੇ ਹਾਂ ਉਹਦਾ ਮੰਗਲ ਕਰਨਾ ਕੀਤਾ। ਤੇ ਮੰਗਲ ਵੀ ਪਿਆਰਿਓ ਦ੍ਰਿਸ਼ਟਾਂਤ ਵਰਤ ਕਰਕੇ ਅਲੰਕਾਰ ਵਰਤ ਕਰਕੇ ਕਵੀ ਰਾਜ ਜੀ ਨੇ ਮੰਗਲ ਕਰਨਾ ਕੀਤਾ। ਜਿਸ ਤਰ੍ਹਾਂ ਕਿ ਜੋ ਸੁਹਾਣੀਆਂ ਬੀਬੀਆਂ ਜੋ ਹੁੰਦੀਆਂ ਹਨ, ਆਪਾਂ ਕੀ ਕਰਦੇ ਹਾਂ ਦੁੱਧ ਲੈਂਦੇ ਹਾਂ ਤੇ ਦੁੱਧ ਨੂੰ ਪਿਆਰਿਓ ਉਹਦੇ ਵਿੱਚ ਮਹਾਰਾਜ ਜੀ ਨੇ ਕਿਹਾ ਨਾ ਸਗਲ ਬੈ ਸੰਤਰ ਮਹਿ ਸਗਲ ਬਨਸਪਤ ਮਹਿ ਬੈ ਸੰਤਰ ਸਗਲ ਦੂਧ ਮੈਂ ਘੀਆ ਊਚ ਨੀਚ ਮੈਂ ਜੋਤ ਸਮਾਨੀ ਘਟ ਘਟ ਮਾਧੋ ਜੀਆ। ਕਿ ਸਾਰਾ ਜੋ ਬੈਸੰਤਰ ਜੋ ਹੈ ਤੇ ਉਹਦੇ ਵਿੱਚ ਅੱਗ ਜਿਹੜੀ ਹੈ ਸਮਾਈ ਹੋਈ ਹੈ, ਛੁਪੀ ਹੋਈ ਹੈ, ਈਂਧਣ ਤੇ ਉਹਦੇ ਅੰਦਰ ਛੁਪਿਆ ਹੋਇਆ ਹੈ। ਇਸ ਤਰ੍ਹਾਂ ਹੀ ਸਗਲ ਦੂਧ ਮੈਂ ਘੀਆ, ਜਿੰਨਾ ਵੀ ਪਿਆਰਿਓ ਦੁੱਧ ਲੈ ਲਿਓ ਉਹਦੇ ਵਿੱਚ ਘੀ ਜਿਹੜਾ ਹੈ ਘਿਓ ਆਪਾਂ ਜਿਹਨੂੰ ਬੋਲਦੇ ਆ ਜਾਂ ਮੱਖਣ ਜਿਹਨੂੰ ਸਾਰ ਤੱਤ ਜਿਹਨੂੰ ਬੋਲਦੇ ਆ ਉਹ ਉਹਦੇ ਅੰਦਰ ਲੁਕਿਆ ਹੋਇਆ ਛੁਪਿਆ ਹੋਇਆ ਹੈ। ਲੇਕਿਨ ਤੁਸੀਂ ਦੁੱਧ ਲੈ ਕਰਕੇ ਸਿੱਧਾ ਕਹਿ ਦਿਓ ਕਿ ਮੈਨੂੰ ਆਹ ਦੁੱਧ ਦੇ ਵਿੱਚੋਂ ਘਿਓ ਦੀ ਪ੍ਰਾਪਤੀ ਹੋ ਜਾਵੇ। ਪਿਆਰਿਓ ਕਦੋਂ ਵੀ ਜੋ ਮਰਜ਼ੀ ਤੁਸੀਂ ਕਰ ਲਿਓ ਲੇਕਿਨ ਸਿੱਧਾ ਦੁੱਧ ਦੇ ਨਾਲ ਘਿਓ ਤੁਹਾਨੂੰ ਨਹੀਂ ਮਿਲ ਸਕਦਾ। ਘਿਓ ਜਿਹੜਾ ਜਦੋਂ ਕੱਢਣਾ ਹੋਵੇ ਤੇ ਇੱਕ ਪ੍ਰੋਸੈਸ ਜਿਹੜਾ ਹੈ ਇੱਕ ਪੂਰੀ ਇੱਕ ਪੱਧਤੀ ਦੇ ਨਾਲ ਜਦੋਂ ਆਪਾਂ ਦੁੱਧ ਨੂੰ ਗੁਜ਼ਾਰਦੇ ਹਾਂ ਤਾਂ ਜਾ ਕਰਕੇ ਦੁੱਧ ਦਾ ਆਪਾਂ ਜਾਗ ਲਾਉਂਦੇ ਹਾਂ, ਉਹਦੀ ਮਲਾਈ ਆਦਿਕ ਨਿਕਲਦੀ ਹੈ। ਉਹਨੂੰ ਜਦੋਂ ਗਰਮ ਕਰਦੇ ਆ ਮਲਾਈ ਤਾਂ ਆ ਜਾਂਦੀ ਹੈ। ਉਹਨੂੰ ਲੈ ਕਰਕੇ ਫਿਰ ਉਹਨੂੰ ਜਦੋਂ ਆਪਾਂ ਰੇੜਾ ਦਿੰਦੇ ਆ ਰਿੜਕਦੇ ਆ ਉਹ ਮਲਾਈ ਦੇ ਵਿੱਚੋਂ ਫਿਰ ਮੱਖਣ ਪ੍ਰਾਪਤ ਹੁੰਦਾ। ਫਿਰ ਉਹ ਮੱਖਣ ਜਿਹੜਾ ਪਿਆਰਿਓ ਉਹਨੂੰ ਤਾ ਕਰਕੇ ਗਰਮ ਕਰਕੇ ਫਿਰ ਉਹਦੇ ਵਿੱਚੋਂ ਸਾਰਾ ਕਸ ਜਿਹੜਾ ਮਰ ਜਾਂਦਾ। ਫਿਰ ਉਹਦੇ ਵਿੱਚੋਂ ਆਪਦੀਆਂ ਨੂੰ ਘਿਓ ਦੀ ਪ੍ਰਾਪਤੀ ਹੁੰਦੀ ਹੈ। ਤੇ ਸਿੱਧੀ ਜੀ ਗੱਲ ਹੈ, ਕੋਈ ਆ ਕਰਕੇ ਕਵੇ ਕਿ ਭਾਈ ਘਿਓ ਕਿੱਥੋਂ ਨਿਕਲਿਆ, ਆਪਾਂ ਕਹਿੰਦੇ ਜੀ ਦੁੱਧ ਦੇ ਵਿੱਚੋਂ ਨਿਕਲਿਆ। ਲੇਕਿਨ ਕੋਈ ਕਵੇ ਆ ਕਰਕੇ ਤੁਹਾਨੂੰ ਕਿ ਦੁੱਧ ਦੇ ਵਿੱਚੋਂ ਨਿਕਲਿਆ ਤੇ ਸਿੱਧਾ ਘਿਓ ਕੱਢ ਦਿਓ ਦੁੱਧ ਦੇ ਵਿੱਚੋਂ। ਜੋ ਮਰਜੀ ਪਿਆਰਿਓ ਕਰ ਲੈਣਾ ਕਰੋ, ਸਿੱਧਾ ਜਿਹੜਾ ਦੁੱਧ ਦੇ ਵਿੱਚੋਂ ਘਿਓ ਜਿਹੜਾ ਤੁਸੀਂ ਪ੍ਰਗਟ ਨਹੀਂ ਕਰ ਸਕਦੇ। ਪੂਰਾ ਪ੍ਰੋਸੈਸ ਜੋ ਹੈ ਪੂਰਾ ਇਹ ਕੰਮ ਜਿਹੜਾ ਹੈ ਤੁਹਾਨੂੰ ਕਰਨਾ ਪਵੇਗਾ। ਇਸ ਤਰ੍ਹਾਂ ਹੀ ਪ੍ਰਮਾਤਮਾ ਜੋ ਹੈ ਹਰ ਜ਼ਰਰੇ ਦੇ ਵਿੱਚ ਵਿਆਪਕ ਹੈ, ਹਰ ਚੀਜ਼ ਦੇ ਵਿੱਚ ਘਟ ਮਾਧੋ ਜੀਆ, ਘਟਾਂ ਦੇ ਵਿੱਚ ਰੱਬ ਦਾ ਵਾਸਾ ਹੈ। ਲੇਕਿਨ ਸਿੱਧਾ ਜਾ ਕਰਕੇ ਤੁਸੀਂ ਕਹਿ ਦਿਓ ਕਿ ਭਾਈ ਆ ਬੈਠਿਆ ਹੋਇਆ ਬੰਦਾ ਇਹਦੇ ਅੰਦਰ ਰੱਬ ਹੈ, ਕਹਿਣ ਮਾਤਰ ਕਰਕੇ ਕਹਿ ਸਕਦੇ ਹਾਂ। ਲੇਕਿਨ ਪਿਆਰਿਓ ਮਨ ਦੇ ਵਿੱਚ ਪਤਿਆਵਾ ਨਹੀਂ ਆ ਸਕਦਾ, ਅਨਭਉ ਨਹੀਂ ਹੁੰਦਾ। ਅਨਭਉ ਦੇ ਵਾਸਤੇ ਸਾਨੂੰ ਆ ਜਿਹੜਾ ਪ੍ਰੋਸੈਸ ਜਿਹੜਾ ਉਹਦੇ ਰਾਹੀਂ ਗੁਜ਼ਰਨਾ ਪੈਂਦਾ। ਉਹਨੂੰ ਹੀ ਤਾਂ ਆਪਾਂ ਸਾਧਨਾ ਬੋਲਦੇ ਆ। ਸਾਧਨਾ ਜਦੋਂ ਆਪਾਂ ਕਰਦੇ ਆ, ਸਿਮਰਨ ਕਰਦੇ ਆ, ਇਹ ਪਿਆਰਿਓ ਇੱਕ ਪ੍ਰੋਸੈਸ ਹੈ। ਇੱਕ ਪ੍ਰੋਸੈਸ ਦੇ ਰਾਹੀਂ ਜਦੋਂ ਆਪਾਂ ਗੁਜ਼ਰਦੇ ਆ ਹੌਲੀ ਹੌਲੀ ਅਵਸਥਾ ਬਦਲਦੀ ਜਾਂਦੀ ਤੇ ਇੱਕ ਦਿਨ
ਉਹ ਅਵਸਥਾ ਜਿਹੜੀ ਹੈ। ਤੇ ਫਿਰ ਤੂੰ ਕਰਤਾ ਤੂੰ ਹੁਆ ਮੁਝ ਮੈਂ ਰਹਾ ਨਾ ਹੂੰ, ਜਬ ਆਪਾ ਪਰਕਾ ਮਿਟ ਗਿਆ ਜਤ ਦੇਖੋ ਤਤ ਤੂੰ। ਫਿਰ ਤਾਂ ਜਿੱਥੇ ਤੁਸੀਂ ਦੇਖੋ ਉੱਥੇ ਤੂੰ ਹੀ ਨਜ਼ਰ। ਜਦੋਂ ਇਹਦਾ ਰਟਨ ਕਰਾਂਗੇ, ਜਾਪ ਕਰਾਂਗੇ ਰੱਬ ਦਾ, ਫਿਰ ਉਹਦਾ ਜਾਪ ਕਰਦੇ ਕਰਦੇ ਉਹਦੇ ਵਿੱਚ ਸਮਾ ਜਾਓਗੇ, ਫਿਰ ਤੂੰ ਦਾ ਹੀ ਤੁਸੀਂ ਰੂਪ ਬਣ ਜਾਣਾ ਹੈ। ਸੋ ਇਹ ਗੱਲ ਨੂੰ ਇੱਕ ਸਾਧਕ ਜਿਹੜਾ ਸਿੱਧ ਅਵਸਥਾ ਨੂੰ ਕਿਸ ਤਰ੍ਹਾਂ ਪਹੁੰਚਦਾ ਹੈ, ਉਹ ਸਾਧਨਾ ਦੇ ਬਾਬਤ ਕਵੀਰਾਜ ਜੀ ਦੱਸਦੇ ਹਨ। ਪੜਨ ਸੁਨਨ ਕਰ ਸ਼ੀਰ ਸਮ, ਜਿਸ ਤਰ੍ਹਾਂ ਕਿ ਦਾਸ ਨੇ ਆਪ ਜੀ ਨੂੰ ਦੱਸ ਦਿੱਤਾ ਕਿ ਇਹ ਦੋਹਰੇ ਦੇ ਵਿੱਚ ਦੂਧ ਦਾ ਉਦਾਹਰਣ ਕਵੀਰਾਜ ਜੀ ਨੇ ਦ੍ਰਿਸ਼ਟਾਂਤ ਲਿਆ, ਅਲੰਕਾਰ ਵਰਤਨਾ ਕੀਤਾ। ਜਦੋਂ ਆਪਾਂ ਗੁਰਬਾਣੀ ਨੂੰ ਪੜ੍ਹਦੇ ਹਾਂ, ਜਦੋਂ ਆਪਾਂ ਗੁਰਬਾਣੀ ਨੂੰ ਸਰਵਣ ਕਰਦੇ ਹਾਂ, ਇਹ ਜਾਣੋ ਕਿ ਤੁਸਾਂ ਨੇ ਦੁੱਧ ਨੂੰ ਲੈਣਾ ਕੀਤਾ। ਇਹ ਦੁੱਧ ਦੇ ਤੁਸੀਂ ਧਾਰਨੀ ਬਣੇ ਹੋਏ ਹੋ। ਜੇ ਦੁੱਧ ਨੂੰ ਹੀ ਨਾ ਲਿਓ ਤੇ ਪਿਆਰਿਓ ਘਿਓ ਉੱਕਾ ਤੁਸੀਂ ਕੱਢ ਨਹੀਂ ਸਕਦੇ, ਜੋ ਮਰਜ਼ੀ ਕਰ ਦਿਓ, ਦੁੱਧ ਚਾਹੀਦਾ ਹੈ। ਜਦੋਂ ਆਪਾਂ ਗੁਰਬਾਣੀ ਨੂੰ ਪੜ੍ਹਦੇ ਹਾਂ, ਸੁਣਦੇ ਹਾਂ, ਇਹ ਸ਼ੀਰ ਦੇ ਸਮਾਨ, ਇਹ ਦੁੱਧ ਦੇ ਸਮਾਨ ਹੈ। ਪ੍ਰੇਮ ਸਮਾਵਨ ਪਾਏ, ਤੇ ਇਹਦੇ ਵਿੱਚ ਪ੍ਰੇਮ ਜਿਹੜਾ ਹੈ, ਪ੍ਰੇਮ ਰੂਪੀ ਇਹਨੂੰ ਜਦੋਂ ਆਪਾਂ ਜਾਗ ਲਾਉਂਦੇ ਹਾਂ, ਭਾਵ ਕਿ ਪ੍ਰੇਮ ਦਾ ਜਦੋਂ ਆਪਾਂ ਤਾਪ ਦਿੰਦੇ ਹਾਂ, ਕਦੇ ਦੁੱਧ ਨੂੰ ਵੇਖੋ, ਜਦੋਂ ਦੁੱਧ ਨੂੰ ਆਪਾਂ ਤਾਉਂਦੇ ਹਾਂ, ਜਦੋਂ ਉਹਨੂੰ ਆਂਚ ਦਿੰਦੇ ਹਾਂ, ਤਾਂ ਪਿਆਰਿਓ ਦੁੱਧ ਗਰਮ ਹੋ ਜਾਂਦਾ। ਉਹਦੇ ਵਿੱਚ ਜੋ ਫੈਟ ਜੋ ਹੈ ਨਾ, ਉਹਦੇ ਵਿੱਚ ਜੋ ਹਾਰਡ ਤੱਤ ਜਿਹੜਾ ਹੈ ਉਹ ਇੱਕਦਮ ਉੱਤੇ ਆ ਜਾਂਦਾ, ਮਲਾਈ ਜੰਮ ਜਾਂਦੀ ਹੈ। ਫਿਰ ਉਹ ਜਿਹੜਾ ਜਦੋਂ ਪ੍ਰੇਮ ਰੂਪੀ ਤਾ ਦਿੰਦੇ ਆ, ਉਹਦੇ ਵਿੱਚ ਫਿਰ ਆਪ ਜੀ ਨੂੰ ਇਹ ਪ੍ਰੇਮ ਦਾ ਜਾਗ ਲਾਉਣਾ ਪੈਂਦਾ। ਲਖ ਨੂੰ ਸਹਿਜ ਸਰੂਪ ਕੋ ਚਖ ਮਾਖਨ ਸੁਖਦਾਇ, ਫਿਰ ਸਹਿਜ ਸਰੂਪ ਨੂੰ ਜਾਣ ਲੈਣਾ, ਇਹ ਫਿਰ ਮੱਖਣ ਦੀ ਪ੍ਰਾਪਤੀ ਹੋ ਜਾਂਦੀ ਹੈ। ਫਿਰ ਇਹਦੇ ਰਾਹੀਂ ਫਿਰ ਉਹ ਮੱਖਣ ਦੀ ਪ੍ਰਾਪਤੀ ਹੋ ਜਾਂਦੀ ਹੈ, ਭਾਵ ਕਿ ਸਹਿਜ ਸਰੂਪ ਇਹਦੀ ਤੁਹਾਨੂੰ ਦਾਤ ਪ੍ਰਾਪਤ ਹੋ ਜਾਵੇਗੀ। ਭਾਵ ਕਿ ਗੁਰਬਾਣੀ ਨੂੰ ਪੜ੍ਹਨਾ, ਸੁਣਨਾ, ਪ੍ਰੇਮ ਕਰਨਾ, ਜੇ ਇਹ ਤਿੰਨ ਸਾਧਨਾਵਾਂ ਦੇ ਨਾਲ ਤੁਸੀਂ ਗੁਜ਼ਰੋਗੇ ਤੇ ਸਹਿਜ ਅਵਸਥਾ ਦੀ ਤੁਹਾਨੂੰ ਪ੍ਰਾਪਤੀ ਹੋ ਜਾਵੇਗੀ। ਸ਼੍ਰੀ ਬਾਲਾ ਸੰਦਰਵਾਚ ਚੌਪਈ। ਅਗਲੀ ਕਥਾ ਭਾਈ ਬਾਲਾ ਜੀ ਉਚਾਰਨ ਕਰਦੇ ਹਨ। ਸ਼੍ਰੀ ਅੰਗਦ ਸੁਨ ਕਥਾ ਮਹਾਨ, ਕਹਿੰਦੇ ਹੈ ਸ਼੍ਰੀ ਗੁਰੂ ਅੰਗਦ ਦੇਵ ਜੀ ਮਹਾਰਾਜ, ਇਹ ਮਹਾਨ ਮਹਾਨ ਕਥਾ ਆਪ ਜੀ ਸਰਵਣ ਕਰਨਾ ਕਰੋ। ਕੀਨ ਪਿਆ ਨੂੰ ਪੁਨ ਗੁਣ ਖਾਨੀ, ਉਥੋਂ ਫਿਰ ਗੁਣ ਗੁਨਾ ਦੀ ਖਾਨ ਗੁਰ ਨਾਨਕ ਦੇਵ ਜੀ ਮਹਾਰਾਜ ਜੀ ਨੇ ਅੱਗੇ ਪਿਆਨਾ ਕਰਨਾ ਕੀਤਾ। ਸ਼੍ਰੀ ਕਰਤਾਰਪੁਰੇ ਚਲ ਆਏ, ਫਿਰ ਚੱਲ ਕਰਕੇ ਸਤਿਗੁਰੂ ਮਹਾਰਾਜ ਜੀ ਨੇ ਹੁਣ ਪਿਆਰਿਓ ਪੱਕਾ ਜਿੱਥੇ ਡੇਰਾ ਵਸਾਉਣਾ ਕੀਤਾ। ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ ਸੰਬੰਧ ਦੇ ਵਿੱਚ ਜਿੱਥੇ ਮਹਾਰਾਜ ਜੀ ਨੇ ਜ਼ਿਆਦਾ ਸਮਾਂ ਬਤੀਤ ਕਰਨਾ ਕੀਤਾ ਨਾ ਪਿਆਰਿਓ, ਉਹ ਤਿੰਨ ਅਸਥਾਨ ਹਨ ਤੇ ਤਿੰਨ ਵੱਖਰੇ ਵੱਖਰੇ ਅਸਥਾਨ। ਸਤਿਗੁਰੂ ਮਹਾਰਾਜ ਜੀ ਦਾ ਬਾਲ ਕਾਲ ਜੋ ਹੈ, ਬਾਲ ਅਵਸਥਾ ਹੈ, ਤੇ ਰਾਏ ਭੋਇੰ ਦੀ ਤਲਵੰਡੀ ਨਨਕਾਣਾ ਸਾਹਿਬ ਦੇ ਵਿੱਚ ਉੱਥੇ ਬਤੀਤ ਹੋਇਆ। ਭਾਵ ਕਿ ਸਤਿਗੁਰੂ ਮਹਾਰਾਜ ਜੀ ਨੇ ਆਪਣੇ ਜੀਵਨ ਕਾਲ ਦੇ 14-15 ਸਾਲ ਉੱਥੇ ਮਹਾਰਾਜ ਜੀ ਨੇ ਲੀਲਾ ਕਰਨੀ ਕੀਤੀ ਹੈ। ਉਸ ਤੋਂ ਬਾਅਦ ਫਿਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਸੁਲਤਾਨਪੁਰ ਲੋਧੀ ਆ ਗਏ। ਉੱਥੇ ਸਤਿਗੁਰੂ ਮਹਾਰਾਜ ਜੀ ਨੇ 14-15 ਸਾਲ ਰਹਿ ਕਰਕੇ ਕਾਰ ਵਿਹਾਰ ਕਰਨਾ ਕੀਤਾ ਤੇ ਸਤਿਗੁਰੂ ਮਹਾਰਾਜ ਜੀ ਦਾ ਵਿਆਹ ਕਾਰਜ ਵੀ ਉੱਥੇ ਹੀ ਹੋਇਆ ਹੈ। ਤੇ ਮਹਾਰਾਜ ਜੀ ਨੂੰ 2 ਸੰਤਾਨ ਦੀ ਪ੍ਰਾਪਤੀ ਵੀ ਜੋ ਹੈ ਸੁਲਤਾਨਪੁਰ ਲੋਧੀ ਦੇ ਵਿੱਚ ਹੋਈ। ਉਸ ਤੋਂ ਬਾਅਦ ਮਹਾਰਾਜ ਜੀ ਨੇ ਤਕਰੀਬਨ 14-15 ਸਾਲ ਦਾ ਜੋ ਸਮਾਂ ਮਹਾਰਾਜ ਜੀ ਨੇ ਯਾਤਰਾ ਕਰਨੀ ਕੀਤੀ, ਦੇਸ਼ਾਂ ਦੇਸ਼ਾਂਤਰਾਂ ਦਾ ਮਹਾਰਾਜ ਜੀ ਨੇ ਰਟਨ ਕਰਨਾ ਕੀਤਾ। ਭਾਵ ਕਿ ਜਿੱਥੇ ਵੀ ਗਏ 2-4 ਦਿਨ ਤੋਂ ਵੱਧ ਨਹੀਂ ਰਹੇ। ਫਿਰ ਬਾਅਦ ਦੇ ਵਿੱਚ ਸਤਿਗੁਰੂ ਮਹਾਰਾਜ ਜੀ ਕਰਤਾਰਪੁਰ ਸਾਹਿਬ ਆ ਗਏ ਹਨ ਤੇ ਫਿਰ ਕਰਤਾਰਪੁਰ ਤੇ ਇਸ ਤਰ੍ਹਾਂ ਹੈ ਜਿਸ ਤਰ੍ਹਾਂ ਆਪ ਮਹਾਰਾਜ, ਕਿਉਂਕਿ ਆਪ ਨੇ ਉਹ ਇਤਿਹਾਸ ਵੀ ਸਰਵਣ ਕੀਤਾ। ਸ਼ਾਹੂਕਾਰ ਜਿਹੜਾ ਸੀ ਕਰੋੜੀਆ ਸੇਠ, ਉਹਨੇ ਇਹ ਸਾਰੀ ਜ਼ਮੀਨ ਜਿਹੜੀ ਹੈ ਕਈ ਬੀਗਾ ਕਈ ਹੈਕਟਰ ਜ਼ਮੀਨ ਤੇ ਵਿਦਵਾਨ ਦੱਸਦੇ ਹਨ ਤਕਰੀਬਨ ਪਿਆਰਿਓ 2-2.5 ਹਜ਼ਾਰ ਏਕੜ ਦਾ ਇਹ ਪੂਰਾ ਏਰੀਆ ਸੀ ਤੇ ਇੰਨੀ ਵੱਡੀ ਜਾਗੀਰ ਇਹਨੇ ਮਹਾਰਾਜ ਜੀ ਦੇ ਨਾਮ ਲਵਾਈ ਸੀ। ਬਹੁਤ ਵੱਡਾ ਇਲਾਕਾ ਮਹਾਰਾਜ ਜੀ ਨੂੰ ਇਹਨੇ ਭੇਟ ਕਰਨਾ ਕੀਤਾ ਤੇ ਮਹਾਰਾਜ ਜੀ ਨੂੰ ਇਹਨੇ ਬੇਨਤੀ, ਉਹ ਨਾਨਕ ਸਭ ਤੇਰੀ ਵਡਿਆਈ ਕੋਈ ਨਾਉ ਨਾ ਜਾਣੈ ਮੇਰਾ ਭਾਈ। ਇਹ ਤਾਂ ਵਡਿਆਈ ਰੱਬ ਦੀ ਹੈ, ਮੇਰਾ ਨਾਮ ਕੌਣ ਜਾਣਦਾ।
ਮਹਾਰਾਜ ਜੀ ਨੇ ਆਪਣੇ ਨਾਮ ਦੇ ਨਾਲ ਨਹੀਂ ਪਿਆਰਿਓ, ਕਰਤਾਰਪੁਰ ਕਰਤਾ ਵਸੈ ਭਗਤਨ ਕੈ ਪਾਸ, ਬਿਘਨ ਨਾ ਕੋ ਲਾਗਤਾ ਗੁਰ ਪਹਿ ਅਰਦਾਸ। ਸਤਿਗੁਰੂ ਮਹਾਰਾਜ ਜੀ ਨੇ ਕਰਤਾਰ ਪ੍ਰਮਾਤਮਾ ਦੇ ਨਾਂ ਤੋਂ ਇਹ ਨਗਰ ਜਿਹੜਾ ਵਸਾਉਣਾ ਕੀਤਾ। ਹੁਣ ਆ ਜਿਹੜੀ ਜ਼ਮੀਨ ਦੀ ਜਾਇਦਾਦ ਦੀ ਗੱਲ ਆਈ ਨਾ ਪਿਆਰਿਓ, ਇੱਕ ਬਚਨ ਚੇਤੇ ਆਇਆ। ਹਜੂਰ ਸਾਹਿਬ ਦੇ ਵਿੱਚ ਵੀ ਪਿਆਰਿਓ ਜੋ ਇੱਥੋਂ ਦਾ ਨਵਾਬ ਸੀ ਨਾ, ਸਾਨੂੰ ਯਾਦ ਰਹਿਣਾ ਚਾਹੀਦਾ ਸਾਡੇ ਹਜੂਰੀ ਸਿੰਘਾਂ ਨੂੰ। ਬਹੁਤ ਵੱਡਾ ਇਤਿਹਾਸ ਹੈ ਪਿਆਰਿਓ। ਜੋ ਹੈਦਰਾਬਾਦ ਦਾ ਨਿਜ਼ਾਮ ਸੀ, ਨਿਜ਼ਾਮ ਦਾ ਮਤਲਬ ਨਿਜ਼ਾਮ ਉਹਨਾਂ ਦੀ ਗੱਦੀ ਦਾ ਨਾਮ ਹੈ, ਲੇਕਿਨ ਉਹਦਾ ਕੀ ਨਾਮ ਹੈ ਉਹ ਨਾਮ ਥੋੜਾ ਭੁੱਲ ਗਿਆ। ਤੇ ਉਹਨਾਂ ਦਾ ਵਜ਼ੀਰ ਜਿਹੜਾ ਸੀ ਚੰਦੂ ਲਾਲ ਕਰਕੇ, ਇਹਨਾਂ ਨੇ ਪਿਆਰਿਓ ਗੁਰੂ ਘਰ ਤਖਤ ਸਾਹਿਬ ਦੇ ਵਿੱਚ ਬਹੁਤ ਜ਼ਿਆਦੀ ਸੇਵਾ ਕਰਨੀ ਕੀਤੀ। ਬਹੁਤ ਵੱਡੇ ਪੈਮਾਨਿਆਂ ਤੇ ਉਹ ਲਿਖਤ ਅੱਜ ਵੀ ਮੌਜੂਦ ਸਨ। ਇਨਾਮੀ ਜ਼ਮੀਨ ਤਕਰੀਬਨ 2500 ਏਕੜ ਦੇ ਕਰੀਬ ਇਹ ਸਾਰਾ ਇਲਾਕਾ ਜਿਹੜਾ ਹੈ ਨਿਜ਼ਾਮ ਨੇ, ਕਿਉਂਕਿ ਇਹ ਪੂਰਾ ਨਿਜ਼ਾਮ ਸਟੇਟ ਦੇ ਵਿੱਚ ਆਉਂਦਾ ਸੀ, ਤੇ ਉਹਨੇ ਇਹ ਇਨਾਮੀ ਜ਼ਮੀਨ ਗੁਰੂ ਘਰ ਦੇ ਨਾਮ ਤੇ ਲਾਈ। ਤੇ 7 ਪਿੰਡ ਜਿਹੜੇ ਹਨ, ਤੇ ਮਸੋੜ ਹੋ ਗਿਆ, ਏਲਕੀ ਹੋ ਗਈ ਹੈ, ਢਾਕਨੀ ਹੋ ਗਈ ਹੈ, ਤੇ ਨਾਲ ਆਪਣਾ ਵਿਸ਼ਨੂਪੁਰੀ ਹੈ, ਤੇ ਜੋ ਵਾਸਰੀ ਹੋਈ ਹੈ। ਇਸ ਤਰ੍ਹਾਂ 7 ਪਿੰਡ ਜਿਹੜੇ ਹਨ, ਇਹਦਾ ਵੀ ਜਾਗੀਰ ਇਹਨਾਂ ਨੇ ਲਾਉਣੀ ਕੀਤੀ ਗੁਰੂ ਘਰ ਦੇ ਨਾਮ ਤੋਂ। ਫਿਰ ਬਾਅਦ ਦੇ ਵਿੱਚ ਬਹੁਤ ਵੱਡੀ ਜ਼ਮੀਨ, ਕਦੇ ਆਪ ਜੀ ਦੇਖੋ ਨਾ ਕਿ ਉੱਥੇ ਉਸਮਾਨ ਸ਼ਾਹੀ ਮਿਲ, ਉੱਥੇ ਵੀ ਗੁਰੂ ਘਰ ਦੀ ਜ਼ਮੀਨ ਹੈ, ਉਹਦੇ ਅੱਗੇ ਗੁਰੂ ਘਰ ਦੀ ਖੇਤੀ ਹੈ। ਇੱਥੇ ਪੂਰਾ ਜਿੱਥੇ ਰੇਲਵੇ ਸਟੇਸ਼ਨ ਆਦਿਕ ਬਣਿਆ ਹੋਇਆ, ਇਹ ਵੀ ਪਿਆਰਿਓ ਹਸਪਤਾਲ ਜਿਹੜਾ ਹੈ, ਤੇ ਕਲੈਕਟਰ ਆਫਿਸ ਹੋ ਗਿਆ, ਨਾਲ ਜੋ ਮੈਜਿਸਟ੍ਰੇਟ ਕੋਰਟ ਜਿਹੜਾ ਹੋ ਗਿਆ, ਤੇ ਦੂਰ ਸੰਚਾਰ ਵਿਭਾਗ ਦਾ ਵਜ਼ੀਰਾਬਾਦ ਆਦਿਕ, ਇਹ ਸਾਰਾ ਅਸਥਾਨ ਪੂਰੀ ਜ਼ਮੀਨ ਜਿਹੜੀ ਹੈ ਅੱਜ ਵੀ ਕੁਛ ਖਿੱਤੇ ਕੁਛ ਪਲਾਟ ਉੱਥੇ ਵੱਜ ਗਏ। ਲੋਕਾਂ ਨੇ ਕਈਆਂ ਨੇ ਕਬਜ਼ਾ ਕਰ ਲਿਆ, ਕਿਉਂਕਿ ਉਸ ਵੇਲੇ ਆ ਖੁੱਲੀ ਜ਼ਮੀਨ ਸੀ, ਸਿੰਘਾਂ ਦੇ ਵੀ ਜ਼ਿਆਦਾ ਪਰਿਵਾਰ ਨਹੀਂ ਸੀ। ਪੂਰਾ ਰੇਲਵੇ ਸਟੇਸ਼ਨ ਆਦਿਕ ਜਿਹੜਾ ਹੈ, ਤੇ ਉੱਥੋਂ ਤੱਕ ਉਹ ਪੂਰਾ, ਫਿਰ ਇਸ ਪਾਸੇ ਗੋਇੰਦਬਾਗ ਤੇ ਪਿੱਛੇ ਤੱਕ ਨਗੀਨਾ ਘਾਟ ਤੱਕ ਗੁਰੂ ਘਰ ਦੀ ਜ਼ਮੀਨ ਸੀ। ਪੂਰਾ ਇਹ ਔਰਸ ਚੌਰਸ ਦਾ ਪੱਟਾ ਜਿਹੜਾ ਗੁਰੂ ਘਰ ਦੇ ਨਾਮ ਤੋਂ ਉਹਨੇ ਲਵਾਉਣਾ ਕੀਤਾ। ਤੇ ਚੰਦੂ ਲਾਲ ਮਹਾਮੰਤਰੀ ਸੀ ਉਹਨਾਂ ਦਾ, ਬਹੁਤ ਜ਼ਿਆਦੀ ਪਿਆਰਿਓ। ਬੇਸ਼ੱਕ ਉਹ ਮੁਸਲਮਾਨ ਸੀ ਤੇ ਚੰਦੂ ਲਾਲ ਹਿੰਦੂ ਸੀ, ਤੇ ਇਹ ਪੰਜਾਬ ਦਾ ਰਹਿਣ ਵਾਲਾ ਸੀ, ਖੱਤਰੀ ਪਰਿਵਾਰ ਦੇ ਵਿੱਚੋਂ ਸੀ ਚੰਦੂ ਲਾਲ। ਤੇ ਅੱਜ ਵੀ ਆਪ ਜੀ ਜਾਓ, ਜਦੋਂ ਡੇਰਾ ਬਾਬਾ ਨਾਨਕ ਆਪ ਜੀ ਜਾਓਗੇ ਨਾ, ਉੱਥੇ ਦੇਵਰਾ ਸਾਹਿਬ ਗੁਰਦੁਆਰਾ ਜੋ ਪੁਰਾਤਨ ਬਣਿਆ ਹੋਇਆ, ਤੇ ਅਜੇ ਵੀ ਪਿਆਰਿਓ ਉਹ ਅਸਥਾਨ ਸੁਸ਼ੋਭਤ ਹੈ। ਤੁਸੀਂ ਦੇਖੋ ਗੁਰਦੁਆਰੇ ਦਾ ਆਕਾਰ, ਗੁੰਮਜ ਦਾ ਆਕਾਰ ਥੋੜਾ ਮੰਦਰ ਦੇ ਨਾਲ ਮਿਲਵਾ ਜੁਲਵਾ ਹੈ, ਤੇ ਉੱਥੋਂ ਦੇ ਇਹ ਉਹਨਾਂ ਦੇ ਬੁਸ਼ਤੈਨੀ ਵਸਦੇ ਸਨ। ਉਹਦੀ ਵੀ ਸੇਵਾ ਚੰਦੂ ਲਾਲ ਨੇ ਕਰਾਉਣੀ ਕੀਤੀ ਹੈ। ਸਥਾਨ ਜਿਹੜਾ ਉਹਨੇ ਸਥਾਪਿਤ ਕਰਨਾ ਕੀਤਾ, ਤੇ ਸੋਨੇ ਦਾ ਗੁੰਮਜ ਉਹਨੇ ਲਵਾਇਆ, ਤੇ ਅੱਜ ਵੀ ਉੱਥੇ ਲਿਖਿਆ ਗਿਆ, ਇਤਿਹਾਸ ਦੇ ਵਿੱਚ ਜ਼ਿਕਰ ਆਉਂਦਾ। ਇਹਨਾਂ ਨੇ ਵੀ ਪਿਆਰਿਓ ਹੈਦਰਾਬਾਦ ਦਾ ਨਿਜ਼ਾਮ ਹੋਇਆ, ਤੇ ਚੰਦੂ ਲਾਲ ਆਦਿਕ ਇਹਨਾਂ ਨੇ ਗੁਰੂ ਘਰ ਦੀ ਬਹੁਤ ਜ਼ਿਆਦੀ ਸ਼ਰਧਾ ਭਾਵਨਾ ਦੇ ਨਾਲ, ਅਕੀਦਤ ਦੇ ਨਾਲ ਸੇਵਾ ਕਰਨੀ ਕੀਤੀ। ਫਿਰ ਜੋ ਨਿਜ਼ਾਮ ਨੇ ਕੀਤਾ ਨਾ, ਤੇ ਕਈ ਮੁਸਲਮਾਨ ਜੋ ਕੱਟੜਵਾਦ ਉਹ ਉਹਦੇ ਨਾਲ ਭੜਕ ਗਏ ਸਨ। ਬੜਾ ਉਹਨੂੰ ਕਿਹਾ ਕਿ ਭਾਈ ਤੂੰ ਮੁਸਲਮਾਨ ਰਹਿ ਕਰਕੇ ਸਿੱਖਾਂ ਨੂੰ ਜਗੀਰਾਂ ਦੇ ਰਿਹਾ, ਸਿੱਖਾਂ ਦਾ ਤੂੰ ਸਾਥ ਦੇ ਰਿਹਾ। ਤੇ ਨਿਜ਼ਾਮ ਨੇ ਉਸ ਵੇਲੇ ਦੇ ਕਿਹਾ ਕਿ ਭਾਈ ਇਹ ਜੇ ਸਿੱਖ ਨਹੀਂ ਹੁੰਦੇ ਨਾ, ਤੇ ਮੇਰਾ ਨਿਜ਼ਾਮ ਸ਼ਾਹੀ ਖਤਮ ਹੋ ਜਾਣਾ ਸੀ, ਕਿਉਂਕਿ ਨਿਜ਼ਾਮ ਨੇ ਮੰਗ ਕੀਤੀ ਸੀ ਮਹਾਰਾਜਾ ਰਣਜੀਤ ਸਿੰਘ ਨੂੰ। ਉਹਦੇ ਰਾਜ ਦੇ ਵਿੱਚ ਵਿਪਤਾ ਪੈ ਗਈ ਹੈ। ਜਦੋਂ ਵਿਪਤਾ ਪੈ ਗਈ, ਜਿਹਨਾਂ ਕਈਆਂ ਨੇ ਫਿਰ ਰਜਾਕਾਰਾਂ ਨੇ ਬਗਾਵਤ ਕਰ ਦਿੱਤਾ, ਰੁਹੇਲੇ ਆਦਿਕ ਸਨ, ਰਜਾਕਾਰ ਜਿਹਨੂੰ ਕਹਿੰਦੇ, ਉਹਨਾਂ ਨੇ ਜਦੋਂ ਬਗਾਵਤ ਕਰ ਦਿੱਤੀ, ਉਹਨੇ ਫਿਰ ਮਹਾਰਾਜਾ ਰਣਜੀਤ ਸਿੰਘ ਜੀ ਦੇ ਕੋਲ ਪੇਸ਼ਕਸ਼ ਕਰਨੀ ਕੀਤੀ। ਜੋ ਚਾਂਦਨੀ ਜੋ ਸੀ ਨਾ, 60 ਲੱਖ ਦੀ ਚਾਂਦਨੀ 84 ਦੇ ਵੇਲੇ ਮਹਾਰਾਜਾ ਰਣਜੀਤ ਸਿੰਘ ਸਾਹਿਬ ਜੀ ਵਾਸਤੇ ਬਹੁਤ ਸਾਰੇ ਹੀਰੇ ਮੋਤੀ ਆਦਿਕ ਉਹਨੇ ਭੇਜੇ, ਤੇ ਕਿਹਾ ਮਹਾਰਾਜਾ ਸਾਹਿਬ ਮੇਰੇ ਇਲਾਕੇ ਦੇ ਵਿੱਚ ਮੇਰੇ ਨਾਲ ਦਿਆਂ ਨੇ ਬਗਾਵਤ ਕਰ ਦਿੱਤੀ ਹੈ, ਤੁਸੀਂ ਆਪਣੀ ਫੌਜ ਭੇਜਣਾ ਕਰੋ, ਜਿਸ ਕਰਕੇ ਮੇਰਾ ਆ ਨਿਜ਼ਾਮ ਸ਼ਾਹੀ ਬਚ ਜਾਵੇ। ਉਸ ਵੇਲੇ ਮਹਾਰਾਜਾ ਰਣਜੀਤ ਸਿੰਘ ਸਾਹਿਬ ਜੀ ਨੇ ਤਕਰੀਬਨ ਪਿਆਰਿਓ ਇਹ ਗੱਲ ਜਿਹੜੀ ਹੈ 1820-25 ਦੇ ਕਰੀਬ ਦੀ ਇਹ ਗੱਲ ਹੈ। ਉਸ ਵੇਲੇ ਉਹਨਾਂ ਨੇ ਬਹੁਤ ਵੱਡੀਆਂ 12 ਬੇੜੇ ਫੌਜ ਦੇ ਭੇਜਣੇ ਕੀਤੇ। ਆਪ ਹੈਦਰਾਬਾਦ ਦੇ ਜਾਓ,
ਤੇ ਹੈਦਰਾਬਾਦ ਦੇ ਵਿੱਚ ਸ਼ਹਿਰ ਦੇ ਵਿੱਚ ਛਾਉਣੀ ਦਾ ਜਿੰਨਾ ਇਲਾਕਾ ਜਿਹੜਾ ਨਾ ਉਹਨੇ ਦਿੱਤਾ ਸੀ, ਉਹ ਸਾਰਾ ਇਲਾਕਾ ਸਿੱਖਾਂ ਦੇ ਵਾਸਤੇ ਕਿ ਸਿੰਘਾਂ ਦਾ ਉੱਥੇ ਗੁਜ਼ਰ ਬਸਰ ਹੋਵੇ, ਪੂਰਾ ਇਲਾਕਾ ਉਹਨੇ ਸਿੱਖਾਂ ਦੇ ਵਾਸਤੇ ਅਲਾਟ ਕਰਨਾ ਕੀਤਾ। ਬਹੁਤ ਵੱਡਾ ਇਹ ਪਿਆਰਿਓ ਇਤਿਹਾਸ ਹੈ। ਤੇ ਇਸ ਤਰ੍ਹਾਂ ਹੀ ਆ ਵੀ ਕਰਤਾਰਪੁਰ ਸਾਹਿਬ ਦੀ ਜੋ ਜ਼ਮੀਨ ਆ ਕਰੋੜੀਆ ਸੇਠ ਨੇ ਭੇਟ ਕਰਨਾ ਕੀਤਾ। ਤੇ ਇਸ ਤਰ੍ਹਾਂ ਹੀ ਪਿਆਰਿਓ ਹਜੂਰ ਸਾਹਿਬ ਦੀ ਵੀ ਜੋ ਜਾਗੀਰ ਹੈ, ਅੱਜ ਵੀ ਬਹੁਤ ਸਾਰੇ ਇਲਾਕੇ, ਬਹੁਤ ਸਾਰੀ ਜ਼ਮੀਨਾਂ ਪਿਆਰਿਓ ਕੁਛ ਸਾਡੀਆਂ ਗਲਤੀਆਂ ਕਰਕੇ ਤੇ ਉਹਨਾਂ ਦੇ ਕਰਕੇ ਕੁਝ ਚੱਲ ਗਈਆਂ, ਕਈਆਂ ਦੀ ਸੰਭਾਲ ਨਹੀਂ ਹੋ ਸਕੀ। ਲੇਕਿਨ ਚਾਹੀਦਾ ਸਾਨੂੰ ਕਿ ਜੋ ਜ਼ਮੀਨ ਬਚ ਗਈ ਹੈ ਉਹਨੂੰ ਚੰਗੀ ਤਰ੍ਹਾਂ ਆਪਾਂ ਉਹਦੀ ਸਾਂਭ ਸੰਭਾਈ ਕਰਨਾ ਕਰੀਏ। ਬੰਧਨ ਕਰਹਿ ਸਿੱਖ ਹਰ ਕਾ। ਸਤਿਗੁਰੂ ਮਹਾਰਾਜ ਜਦੋਂ ਕਰਤਾਰਪੁਰ ਸਾਹਿਬ ਦੇ ਵਿੱਚ ਗਏ ਹਨ ਤੇ ਹੁਣ ਸਿੱਖ ਉਥੋਂ ਦੇ ਬਹੁਤ ਜ਼ਿਆਦਾ ਪ੍ਰਸੰਨ ਹੋ ਗਏ। ਉਹਨਾਂ ਨੂੰ ਲੱਗਿਆ ਕਿ ਹੁਣ ਸਤਿਗੁਰੂ ਮਹਾਰਾਜ ਕਰਤਾਰਪੁਰ ਸਾਹਿਬ ਆ ਗਏ। ਤੇ ਪਿਆਰਿਓ ਇਹ ਵੀ ਇਤਿਹਾਸ ਦੇ ਵਿੱਚ ਬਚਨ ਆਉਂਦਾ, ਜਦੋਂ ਤੱਕ ਭਾਈ ਮਰਦਾਨਾ ਜੀਵਤ ਸੀ ਨਾ ਰਬਾਬੀ ਜੀਵਤ ਸੀ, ਸਤਿਗੁਰੂ ਮਹਾਰਾਜ ਜੀ ਨੇ ਉਹਦੇ ਨਾਲ ਯਾਤਰਾ ਕੀਤੀ ਹੈ। ਜਦੋਂ ਭਾਈ ਮਰਦਾਨਾ ਚਲਾਣਾ ਕਰ ਗਿਆ, ਹੁਣ ਪਿਛਲੇ ਪ੍ਰਸੰਗਾਂ ਦੇ ਵਿੱਚ ਹੀ ਆਪ ਜੀ ਨੇ ਸਰਵਣ ਕੀਤਾ ਕਿ ਭਾਈ ਮਰਦਾਨਾ ਜੋ ਹੈ ਖੁਰਮੇ ਨਗਰ ਦੇ ਵਿੱਚ ਉਹਨਾਂ ਨੇ ਸਰੀਰ ਦਾ ਤਿਆਗ ਕਰ ਦਿੱਤਾ। ਸਤਿਗੁਰੂ ਮਹਾਰਾਜ ਜੀ ਨੇ ਉਹਨਾਂ ਦੇ ਪਰਿਵਾਰ ਸ਼ਹਿਜ਼ਾਦੇ ਨੂੰ ਉਥੇ ਬਿਠਾਇਆ, ਉਹਦੀ ਮਾਨਤਾ ਵਧਾਈ ਹੈ। ਭਾਈ ਮਰਦਾਨਾ ਚਲਾਣਾ ਕਰ ਗਿਆ, ਕਹਿੰਦੇ ਸਤਿਗੁਰੂ ਮਹਾਰਾਜ ਜੀ ਨੇ ਕਹਿ ਦਿੱਤਾ ਮੇਰਾ ਸਾਥੀ ਚੱਲ ਗਿਆ ਭਾਈ, ਮੈਂ ਅੱਜ ਤੋਂ ਬਾਅਦ ਯਾਤਰਾ ਨਹੀਂ ਕਰਨੀ ਹੈ। ਉਸ ਤੋਂ ਬਾਅਦ ਸਤਿਗੁਰੂ ਮਹਾਰਾਜ ਜੀ ਫਿਰ ਕਰਤਾਰਪੁਰ ਰਹਿ ਕਰਕੇ ਮਹਾਰਾਜ ਜੀ ਨੇ ਸਿੱਖੀ ਦਾ ਪ੍ਰਚਾਰ ਕਰਨਾ ਕੀਤਾ। ਫਿਰ ਪਿਆਰਿਓ ਮਹਾਰਾਜ ਜੀ ਯਾਤਰਾ ਦੇ ਉੱਤੇ ਨਹੀਂ ਗਏ ਹਨ। ਦੇਖੋ ਕਿੰਨਾ ਜ਼ਿਆਦਾ ਪਿਆਰ ਹੋਵੇਗਾ ਸਤਿਗੁਰੂ ਮਹਾਰਾਜ ਜੀ ਦੇ ਨਾਲ ਭਾਈ ਮਰਦਾਨੇ ਦਾ। ਜਦੋਂ ਭਾਈ ਮਰਦਾਨੇ ਦੀ ਗੱਲ ਆਉਂਦੀ ਨਾ, ਵਿਸ਼ੇਸ਼ ਕਰਕੇ ਜਦੋਂ ਇਤਿਹਾਸ ਪੜ੍ਹਦੇ, ਭਾਈ ਮਰਦਾਨਾ ਜਦੋਂ ਰੁੱਸ ਜਾਂਦਾ ਲੜਦਾ, ਸਾਨੂੰ ਵੀ ਲੱਗਦਾ ਲੈ ਭਾਈ ਮਹਾਰਾਜ ਜੀ ਦੇ ਨਾਲ ਇਹ ਲੜ ਰਿਹਾ। ਨਹੀਂ ਪਿਆਰਿਓ, ਇਹ ਜਦੋਂ ਆਪਾਂ ਲੜਦੇ ਨਾ, ਲੜਾਈ ਦੋ ਤਰ੍ਹਾਂ ਦੀ ਹੁੰਦੀ ਹੈ। ਇੱਕ ਵੈਰੀ ਦੇ ਨਾਲ ਲੜਾਈ, ਦੁਸ਼ਮਣ ਦੇ ਨਾਲ ਲੜਾਈ, ਇੱਕ ਆਪਣਿਆਂ ਦੇ ਨਾਲ ਵੀ ਲੜਾਈ ਹੁੰਦੀ ਹੈ। ਕਦੇ ਦੇਖੋ ਨਿੱਕਾ ਜਿਹਾ ਬੱਚਾ ਜਿਹੜਾ ਉਹ ਮਾਤਾ ਪਿਤਾ ਤੋਂ ਜਦੋਂ ਰੁੱਸ ਜਾਂਦਾ ਤੇ ਮਾਤਾ ਪਿਤਾ ਦੇ ਨਾਲ ਹੀ ਲੜਦਾ। ਕਈ ਵਾਰੀ ਬੱਚਾ ਆ ਕਰਕੇ ਆਪਣੀ ਮਾਂ ਨੂੰ ਮਾਰਦਾ, ਪਿਓ ਨੂੰ ਮਾਰਦਾ, ਲੜਦਾ, ਲੇਕਿਨ ਉਹਨੂੰ ਆਪਾਂ ਲੜਾਈ, ਉਹ ਵੈਰੀਆਂ ਦੀ ਲੜਾਈ ਥੋੜੀ ਕਹਿ ਸਕਦੇ ਆ। ਇਹ ਥੋੜੀ ਕਹਿ ਸਕਦੇ ਕਿ ਲੈ ਜੀ ਬੱਚਾ ਤਾਂ ਨਲਾਇਕ ਹੋ ਗਿਆ, ਮਾਰੋ ਇਹਨੂੰ, ਇਹਨੇ ਮਾਂ ਪਿਓ ਦੇ ਨਾਲ ਲੜਾਈ ਕੀਤੀ ਹੈ। ਬਚਪਨ ਦੀ ਲੜਾਈ ਜਿਹੜੀ ਨਾ ਪਿਆਰਿਓ, ਉਹ ਪ੍ਰੇਮ ਦਾ ਪ੍ਰਗਟਾਵਾ ਹੁੰਦਾ। ਹਾਂ, ਉਹੀ ਬੱਚੇ ਜਦੋਂ ਵੱਡੇ ਹੋ ਜਾਣ, ਵੱਡੇ ਹੋ ਕਰਕੇ ਮਾਤਾ ਪਿਤਾ ਦੇ ਨਾਲ ਲੜਨ, ਤੇ ਉਹਨਾਂ ਦੇ ਵਿੱਚ ਸਰਲ ਸੁਭਾਅ ਵਾਲੀ ਪ੍ਰੇਮ ਦੀ ਲੜਾਈ ਨਹੀਂ, ਉਹ ਫਿਰ ਕ੍ਰੋਧ ਦੀ, ਉਹ ਫਿਰ ਜ਼ਮੀਨ ਜਾਇਦਾਦ ਦੀ ਲੜਾਈ ਹੁੰਦੀ ਹੈ। ਇਸ ਤਰ੍ਹਾਂ ਹੀ ਪਿਆਰਿਓ ਭਾਈ ਮਰਦਾਨੇ ਦੇ ਨਾਲ ਮਹਾਰਾਜ ਜੀ ਦਾ ਪ੍ਰੇਮ ਬਹੁਤ ਜ਼ਿਆਦਾ, ਜਿਸ ਤਰ੍ਹਾਂ ਬੱਚੇ ਦਾ ਮਾਤਾ ਪਿਤਾ ਦੇ ਨਾਲ ਹੁੰਦਾ। ਕਈ ਵਾਰੀ ਲੜ ਪੈਂਦਾ, ਮਹਾਰਾਜ ਤੁਸੀਂ ਮੈਨੂੰ ਮਰਵਾ ਦੇਣਾ ਹੈ, ਮਹਾਰਾਜ ਮੈਨੂੰ ਕਫਨ ਵੀ ਨਸੀਬ ਨਹੀਂ ਹੋਵੇਗਾ, ਮੇਰੀ ਘਰਵਾਲੀ ਦਾ ਵੀ ਮੈਂ ਮੂੰਹ ਨਹੀਂ ਤੱਕਣਾ, ਹੁਣ ਇੱਥੇ ਲਿਆ ਕਰਕੇ ਘੁੜਕੀ ਜੀ ਵਿੱਚ ਮੈਨੂੰ ਫਸਾ ਦਿੱਤਾ। ਕਈ ਵਾਰੀ ਤਾਂ ਭਾਈ ਮਰਦਾਨੇ ਨੇ ਮਹਾਰਾਜ ਜੀ ਨੂੰ ਰਬਾਬ ਦੇ ਦਿੱਤੀ ਤੇ ਕਹਿੰਦਾ ਲਓ ਆਪਣੀ ਰਬਾਬ ਖੁਦ ਹੀ ਵਜਾਓ, ਖੁਦ ਹੀ ਮਹਾਰਾਜ ਕੀਰਤਨ ਕਰੋ, ਮੈਂ ਚੱਲਿਆ ਆਪਣੇ ਘਰ ਨੂੰ। ਫਿਰ ਜਦੋਂ ਬਿਪਤਾ ਵਿੱਚ ਫਸ ਜਾਂਦਾ, ਆ ਜਾਂਦਾ, ਕਹਿੰਦਾ ਮਹਾਰਾਜ ਮਾਫ ਕਰ ਦਿਓ। ਸਤਿਗੁਰੂ ਮਹਾਰਾਜ ਜੀ ਨੇ ਕਿਹਾ ਨਾ ਕਿ ਵੇ ਮਰਦਾਨਿਆ, ਜਦੋਂ ਤੋਂ ਤੈਨੂੰ ਨਾਲ ਰਲਾਉਣਾ ਕੀਤਾ ਨਾ, ਸਭ ਤੋਂ ਪਹਿਲੇ ਤੈਨੂੰ ਮਾਫ ਕਰ ਦਿੱਤਾ ਤੇਰੇ, ਕਿਉਂਕਿ ਫਿਰ ਭਾਈ ਮਰਦਾਨਾ ਕਹਿੰਦਾ ਬਾਬਾ ਤੇਰੇ ਤੋਂ ਬਗੈਰ, ਕਿਉਂਕਿ ਪੁਰਾਤਨ ਜਨਮ ਸਾਖੀਆਂ ਪੜ੍ਹਦੇ ਨਾ ਪਿਆਰਿਓ, ਦੇਸੀ ਜੀ ਬੋਲੀ, ਸਿੱਧੇ ਜੇ ਬੋਲ ਦੇ ਵਿੱਚ, ਬਹੁਤ ਪਿਆਰ ਵਾਲੀ ਬੋਲੀ ਵਿੱਚ ਭਾਈ ਮਰਦਾਨਾ ਕਹਿੰਦਾ ਬਾਬਾ ਤੇਰੇ ਤੋਂ ਬਗੈਰ ਮੇਰਾ ਨਹੀਂ ਸਰਨਾ। ਤੇ ਅੱਗੋਂ ਬਾਬਾ ਵੀ ਕਹਿੰਦਾ, ਭਾਵ ਕੇ ਸਤਿਗੁਰੂ ਮਹਾਰਾਜ ਵੇ ਮਰਦਾਨਿਆ ਤੇਰੇ ਤੋਂ ਬਗੈਰ ਮੇਰਾ ਨਹੀਂ ਸਰਨਾ, ਲੇਕਿਨ ਮੇਰੇ ਤੋਂ ਬਗੈਰ ਤੇਰਾ ਵੀ ਨਹੀਂ ਸਰਨਾ, ਆਪਾਂ ਦੋਵੇਂ ਇੱਕੋ ਹੀ ਆ ਭਾਈ। ਇਸ ਕਰਕੇ ਤੇ ਸਤਿਗੁਰੂ ਮਹਾਰਾਜ ਜਦੋਂ ਭਾਈ ਮਰਦਾਨਾ ਜੀ ਅਕਾਲ ਚਲਾਣਾ ਕਰ ਗਏ, ਸਰੀਰ ਦਾ ਤਿਆਗ ਕਰ ਦਿੱਤਾ, ਉਸ ਤੋਂ ਬਾਅਦ ਪਿਆਰਿਓ ਸਤਿਗੁਰੂ ਮਹਾਰਾਜ ਜੀ ਨੇ ਯਾਤਰਾ ਨਹੀਂ ਕੀਤੀ ਹੈ। ਫਿਰ ਕਰਤਾਰਪੁਰ ਦੇ ਵਿੱਚ ਆ ਕਰਕੇ ਸਿੱਖੀ ਦਾ ਮਹਾਰਾਜ ਜੀ ਨੇ ਪ੍ਰਚਾਰ ਕਰਨਾ ਕੀਤਾ ਤੇ ਤਕਰੀਬਨ 50 ਸਾਲ ਭਾਈ ਮਰਦਾਨੇ ਨੇ ਸਤਿਗੁਰੂ ਮਹਾਰਾਜ ਜੀ ਦਾ ਸਾਥ ਦਿੱਤਾ। ਇਹ ਦੋਵੇਂ ਸਿੱਖ ਭਾਈ ਬਾਲਾ ਤੇ ਭਾਈ ਮਰਦਾਨਾ ਪਿਆਰਿਓ
ਜਿਸ ਤਰ੍ਹਾਂ ਕਿ ਮਾਤਾ ਪਿਤਾ ਦਾ ਵੀ ਜੋ ਸਾਥ ਹੈ 40-50 ਬਹੁਤ ਤੋਂ ਬਾਅਦ 30-40 ਸਾਲ ਦਾ ਹੁੰਦਾ, ਬਹੁਤ ਘੱਟ ਹੀ ਹੁੰਦੇ ਹਨ। ਕਈ ਵਾਰੀ ਝਗੜ ਪੈਂਦੇ, ਵੱਖਰੇ ਹੋ ਜਾਂਦੇ, ਲੇਕਿਨ ਇੰਨਾ ਲੰਬਾ ਸਾਥ ਇਹਨਾਂ ਦੋਵਾਂ ਸਿੱਖਾਂ ਨੇ, ਭਾਈ ਬਾਲਾ ਤੇ ਭਾਈ ਮਰਦਾਨੇ ਨੇ ਜੋ ਸਾਥ ਦਿੱਤਾ, ਅੰਤ ਤੱਕ ਰਹੇ। ਤੇ ਭਾਈ ਮਰਦਾਨਾ ਜੀ ਤਾਂ ਚਲਾਣਾ ਕਰ ਗਏ ਤੇ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ ਜੋਤੀ ਜੋਤ ਸਮਾਉਣ ਤੋਂ ਕੁਝ ਸਾਲ ਬਾਅਦ, 7-8 ਸਾਲ ਤੋਂ ਬਾਅਦ ਭਾਈ ਬਾਲਾ ਜੀ ਉਹ ਵੀ ਫਿਰ ਚਲਾਣਾ ਕਰ ਗਏ ਤੇ ਉਹਨਾਂ ਨੇ ਇਹ ਸਾਰੀ ਕਥਾ ਜਿਹੜੀ ਹੈ ਲਿਖਣੀ ਕੀਤੀ। ਹੁਣ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਵਾਪਸ ਕਰਤਾਰਪੁਰ ਦੇ ਵਿੱਚ ਆਏ ਤੇ ਕਰਤਾਰਪੁਰ ਦੇ ਵਿੱਚ ਸਤਿਗੁਰੂ ਮਹਾਰਾਜ ਜੀ ਨੇ ਜੋ ਕੌਤਕ ਕਰਨੇ ਹਨ, ਇੱਕਦਮ ਪਿਆਰਿਓ ਮਹਾਰਾਜ ਜੀ ਨੇ ਆਪਣੀ ਇੱਥੇ ਮਰਿਆਦਾ ਜਿਹੜੀ ਹੈ ਬਦਲਣੀ ਕੀਤੀ ਹੈ ਤੇ ਉਹ ਇਤਿਹਾਸ ਆਉਣ ਵਾਲੇ ਦੀਵਾਨਾਂ ਦੇ ਵਿੱਚ ਆਪਾਂ ਨੇ ਸਰਵਣ ਕਰਨਾ। ਹੁਣ ਪਿਆਰਿਓ ਪ੍ਰਬੰਧਕੀ ਕਮੇਟੀ ਵੱਲੋਂ, ਤਖਤ ਸਾਹਿਬ ਜੀ ਦੇ ਪ੍ਰਬੰਧਕੀ ਬੋਰਡ ਵੱਲੋਂ ਆਪ ਸਾਰਿਆਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਤਖਤ ਸਾਹਿਬ ਦੇ ਵਿੱਚ ਬਹੁਤ ਸਾਰੇ ਵਿਕਾਸ ਦੇ ਕਾਰਜ ਜਿਹੜੇ ਹਨ ਉਹਦੀ ਆਰੰਭਤਾ ਹੋ ਚੁੱਕੀ ਹੈ ਤੇ ਇਸ ਕਰਕੇ ਸੰਗਤਾਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਆਪਣੀ ਦਸਵੰਧ ਦੀ ਮਾਇਆ ਗੁਰੂ ਘਰ ਦੇ ਵਿੱਚ, ਤਖਤ ਸਾਹਿਬ ਜੀ ਦੇ ਵਿੱਚ ਜਮ੍ਹਾਂ ਕਰਵਾ ਕਰਕੇ ਗੁਰੂ ਮਹਾਰਾਜ ਦੀਆਂ ਖੁਸ਼ੀਆਂ ਪ੍ਰਾਪਤ ਕਰੋ। ਇਨੀਆਂ ਕੋ ਬੇਨਤੀਆਂ ਪ੍ਰਵਾਨ ਕਰਿਓ। ਵਿਚਾਰ ਕਰਦੇ ਆਂ, ਬੇਅੰਤ ਗਲਤੀਆਂ ਹੋ ਗਈਆਂ ਜੀਓ, ਮਾਫੀ ਬਖਸ਼ਣੀ ਅੱਗੇ ਤੋਂ ਸਮਤ। ਆਓ ਸਾਰੇ ਗਾਜ ਵੱਜ ਕਰਕੇ ਫਤਿਹ ਬੁਲਾਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਚੂਤ ਹੈ ਪਾਰ ਬ੍ਰਹਮ, ਅਬਨਾਸੀ ਅਘਨਾਸ। ਹੈ ਪੂਰਨ ਹੈ ਸਰਬ ਮੈਂ, ਦੁਖ ਭਾਂਜਨ ਗੁਣ ਤਾਸ। ਹੈ ਸੰਗੀ ਹੈ ਨਿਰੰਕਾਰ, ਹੈ ਨਿਰਗੁਣ ਸਭ ਟੇਕਾ। ਹੈ ਗੋਬਿੰਦ ਹੈ ਗੁਣ ਨਿਧਾਨ, ਜਾਂ ਕੈ ਸਦਾ ਵਿਵੇਕ। ਹੈ ਅਪਰੰਪਰ ਹਰ ਹਰੇ, ਹੈ ਪੀ ਹੋਵਨਹਾਰ। ਹੈ ਸੰਤਾਂ ਕੈ ਸਦਾ ਸੰਗ, ਨਿਧਾਰਾ ਆਧਾਰ। हे ठाकुर हूँ दासरो, मैं निर्गुण गुण नहीं कोय। नानक दीजै नाम दान, राखों हियै परोए। आए प्रभ शरणागति, कृपा निध दयाल। एक अखर हर मन बसत, नानक होत निहाल। वाहिगुरु नाम जहाज है, चढ़ै सूत रै पार। जो शरधा कर सेवंदे, गुर पार उतारण हार। कथा निता प्रत होत है, सुनहो सुसिंह सुजान। नानक गुरु गोबिंद सिंह जी, सदा करे कल्याण। नानक गुरु गोबिंद सिंह जी, सदा करै कल्याण। एक ओंकार सतनाम करता पुरख, निरभउ निर्वैर अकाल मूरत। अजूनी सैभं गुर प्रसाद जप आद सच। करता पुरख निरभउ निर्वैर अकाल मूरत। अजूनी सैभं गुर प्रसाद जप आद सच। जुगाद सच है पी सच, नानक होसी पी सच। एक ओंकार सतनाम करता पुरख, निरभउ निर्वैर अकाल मूरत। अजूनी सैभं गुर प्रसाद जप आद सच। जुगाद सच है पी सच, नानक होसी पी सच। एक ओंकार सतनाम करता पुरख, निरभउ निर्वैर अकाल मूरत। अजूनी सैभं गुर प्रसाद जप आद सच। जुगाद सच है पी सच, नानक होसी पी सच। एक ओंकार सतनाम करता पुरख, निरभउ निर्वैर अकाल मूरत। अजूनी सैभं गुर प्रसाद जप आद सच। जुगाद सच है पी सच, नानक होसी पी सचा। वाहो वाहो गोबिंद सिंह जी, वाहु वाहु गोबिंद
ਗੋਬਿੰਦ ਸਿੰਘ ਜੀ। ਕਲਗੀਆਂ ਵਾਲੇ ਗੋਬਿੰਦ ਸਿੰਘ ਜੀ। ਕਲਗੀਆਂ ਵਾਲੇ ਗੋਬਿੰਦ ਸਿੰਘ ਜੀ। ਬਾਜਾਂ ਵਾਲੇ ਗੋਬਿੰਦ ਸਿੰਘ ਜੀ। ਬਾਜਾਂ ਵਾਲੇ ਗੋਬਿੰਦ ਸਿੰਘ ਜੀ। ਫੌਜਾਂ ਵਾਲੇ ਗੋਬਿੰਦ ਸਿੰਘ ਜੀ। ਫੌਜਾਂ ਵਾਲੇ ਗੋਬਿੰਦ ਸਿੰਘ ਜੀ। ਚੋਜੀ ਪਿਆਰੇ ਗੋਬਿੰਦ ਸਿੰਘ ਜੀ। ਸੋਜੀ ਪਿਆਰੇ ਗੋਬਿੰਦ ਸਿੰਘ ਜੀ। ਵਾਹੋ ਵਾਹੋ ਗੋਬਿੰਦ ਸਿੰਘ ਜੀ। ਵਾਹੂ ਵਾਹੂ ਗੋਬਿੰਦ ਸਿੰਘ ਜੀ। ਵਾਹੋ ਵਾਹੋ ਗੋਬਿੰਦ ਸਿੰਘ ਜੀ। ਵਾਹੂ ਵਾਹੂ ਗੋਬਿੰਦ ਸਿੰਘ ਜੀ। ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ। ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀਓ ਮਹਾਰਾਜ। ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ। ਆਪ ਜੀ ਦੇ ਪਾਵਨ ਪਵਿੱਤਰ ਅਸਥਾਨ ਤਖਤ ਸੱਚਖੰਡ ਸ੍ਰੀ ਹਜ਼ੂਰ ਸ੍ਰੀ ਅਬਚਲਨਗੜ੍ਹ ਸਾਹਿਬ ਜੀ ਵਿਖੇ ਸ਼ਾਮਾਂ ਦੇ ਦੀਵਾਨ ਸਜਾਏ ਗਏ ਹਨ। ਸਜੇ ਹੋਏ ਪਾਵਨ ਦੀਵਾਨਾਂ ਦੇ ਵਿੱਚ ਗੁਰ ਇਤਿਹਾਸ ਦੀਆਂ ਕਥਾ ਵਿਚਾਰਾਂ ਹੋਈਆਂ। ਕਥਾ ਵਿਚਾਰਾਂ ਕਰਦਿਆਂ ਬੇਅੰਤ ਗਲਤੀਆਂ ਹੋ ਗਈਆਂ ਜੀ, ਉਹ ਮਾਫੀ ਬਖਸ਼ਣੀ ਅੱਗੇ ਤੋਂ ਸਮਤ ਆਈਆਂ ਸੰਗਤਾਂ ਦੀਆਂ ਹਾਜ਼ਰੀਆਂ ਤਿਲ ਫੁੱਲ ਭੇਟਾਵਾਂ ਪ੍ਰਵਾਨ ਕਰਦੀਆਂ। ਜੋ ਜੀ ਆਪ ਜੀ ਕੇ ਦੁਆਰੇ ਆਵੇ ਸੋ ਸਦਾ ਹੀ ਰਾਜੀ ਪ੍ਰਸੰਨ ਜਾਵੇ। ਗੁਰ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ।